ਅੱਜ ਦੀ ਕਲਾਸ ਦੇ ਵਿੱਚ ਬੇਟਾ ਆਪਾਂ ਰੀਜਨਿੰਗ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਵਰਗੀਕਰਨ ਯਾਨੀ ਕਲਾਸੀਫਿਕੇਸ਼ਨ ਉਸ ਨੂੰ ਰੀਡ ਕਰਾਂਗੇ। ਔਰ ਜੋ ਸਟੂਡੈਂਟਸ ਪਹਿਲੀ ਵਾਰ ਚੈਨਲ ਨੂੰ ਵਿਜ਼ਿਟ ਕਰ ਰਹੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਜਿਹੜਾ ਬੈਲ ਦਾ ਨੋਟੀਫਿਕੇਸ਼ਨ ਹੈ ਉਸ ਨੂੰ ਔਨ ਕਰ ਦਿਓ ਤਾਂ ਕਿ ਜਦੋਂ ਵੀ ਵੀਡੀਓ ਅਸੀਂ ਅਪਲੋਡ ਕਰੀਏ ਤਾਂ ਤੁਹਾਡੇ ਤੱਕ ਉਸ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਪਹੁੰਚ ਜਾਵੇ। ਤਾਂ ਉਹ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਤਾਂ ਸਭ ਤੋਂ ਪਹਿਲਾਂ ਰੀਜਨਿੰਗ ਦੇ ਕਲਾਸੀਫਿਕੇਸ਼ਨ ਦੇ ਵਿੱਚ ਬੇਟਾ ਕੀ ਹੁੰਦਾ ਹੈ, ਸਾਡੇ ਕੋਲੇ ਕੁਝ ਸ਼ਬਦ ਦਿੱਤੇ ਹੁੰਦੇ ਆ ਜਿਵੇਂ ਪਹਿਲਾ, ਦੂਸਰਾ, ਤੀਸਰਾ, ਚੌਥਾ ਜਾਂ ਪੰਜਵਾਂ। ਠੀਕ ਹੈ, ਜਿੰਨੇ ਵੀ ਸ਼ਬਦ ਸਾਨੂੰ ਦਿੱਤੇ ਹੋਏ ਆ ਉਹਨਾਂ ਦੇ ਵਿੱਚੋਂ ਇੱਕ ਸ਼ਬਦ ਜਿਹੜਾ ਹੁੰਦਾ ਹੈ ਉਹ ਡਿਫਰੈਂਟ ਹੁੰਦਾ ਹੈ ਔਰ ਬਾਕੀ ਦੇ ਜਿਹੜੇ ਸਾਰੇ ਸ਼ਬਦ ਹੁੰਦੇ ਹੈ ਉਹ ਕਿਸੇ ਨਾ ਕਿਸੇ ਸਮਾਨਤਾ ਦੇ ਨਾਲ ਜਾਂ ਕਿਸੇ ਨਾ ਕਿਸੇ ਵਿਸ਼ੇਸ਼ਤਾ ਦੇ ਨਾਲ ਇੱਕ ਦੂਸਰੇ ਦੇ ਨਾਲ ਆਪਣਾ ਸੰਬੰਧ ਰੱਖਦੇ ਹੈ। ਔਰ ਜਿਹੜਾ ਸਾਨੂੰ ਡਿਫਰੈਂਟ ਸ਼ਬਦ ਹੁੰਦਾ ਹੈ ਉਹ ਅਸੀਂ ਅਲੱਗ ਕਰਨਾ ਹੁੰਦਾ ਹੈ, ਉਸ ਦੀ ਜਿਹੜੀ ਕਲਾਸੀਫਿਕੇਸ਼ਨ ਆ ਉਹ ਅਸੀਂ ਵੱਖਰੀ ਕਰ ਦੇਣੀ ਹੈ। ਔਰ ਬਾਕੀ ਜਿਹੜੇ ਸਾਡੇ ਕੋਲੇ ਚਾਰ ਇੱਕੋ ਜਿਹੇ ਸ਼ਬਦ ਹੁੰਦੇ ਜਿਨ੍ਹਾਂ ਦੇ ਵਿੱਚ ਕੋਈ ਇਕੁਅਲਿਟੀ ਹੈ, ਸਮਾਨਤਾ ਹੈ ਜਾਂ ਕੋਈ ਵਿਸ਼ੇਸ਼ਤਾ ਉਹਨਾਂ ਦੇ ਵਿੱਚ ਸਾਂਝੀ ਹੈ, ਉਹਨਾਂ ਨੂੰ ਅਸੀਂ ਅਲੱਗ ਕਰਨਾ ਹੁੰਦਾ ਹੈ। ਤਾਂ ਹੁਣ ਜਿਵੇਂ ਸਾਡੇ ਕੋਲੇ ਇਸ ਦੇ ਨਾਲ ਹੀ ਸੰਬੰਧਿਤ ਪਹਿਲਾ ਪ੍ਰਸ਼ਨ ਹੈ, ਦੇਖੋ ਹੇਠਾਂ ਦਿੱਤੇ 5 ਵਿੱਚੋਂ 4 ਅੱਖਰ ਸਮੂਹ, ਦੇਖੋ 4 ਅੱਖਰ ਸਮੂਹ ਹੈ ਜਿਹੜੇ ਕਹਿੰਦੇ ਅੰਗਰੇਜ਼ੀ ਵਰਨਮਾਲਾ ਵਿੱਚ ਆਪਣੀ ਸਥਿਤੀ ਦੇ ਆਧਾਰ ਤੇ ਇੱਕ ਵਰਗੇ ਹਨ। ਉਹ ਕਿਹੜਾ ਅੱਖਰ ਸਮੂਹ ਹੈ ਜਿਹੜਾ ਇਸ ਸਮੂਹ ਨਾਲ ਸੰਬੰਧ ਨਹੀਂ ਰੱਖਦਾ। ਯਾਨੀ 5 ਸਾਨੂੰ ਜਿਹੜੇ ਅੱਖਰ ਸਮੂਹ ਦਿੱਤੇ ਹੋਏ ਹੈ ਇੰਗਲਿਸ਼ ਅਲਫਾਬੈਟ ਦੇ ਵਿੱਚ, ਅੰਗਰੇਜ਼ੀ ਵਰਨਮਾਲਾ ਦੇ ਵਿੱਚ, ਉਹਨਾਂ ਦੀ ਸਥਿਤੀ ਦੇ ਅਨੁਸਾਰ ਨਾਲ ਉਹਨਾਂ ਦੇ ਵਿੱਚੋਂ ਇੱਕ ਵੱਖਰਾ ਉਹ ਅਸੀਂ ਚੁਣਨਾ। ਦੇਖੋ ਹੁਣ ਜੇ ਤੁਸੀਂ ਬੇਟਾ ਮੇਰੀ ਪਹਿਲਾਂ ਵਾਲੀ ਵੀਡੀਓ 'ਚ ਦੇਖੀਆਂ ਹੋਈਆਂ ਤਾਂ ਉੱਥੇ ਆਪਾਂ ਇੰਗਲਿਸ਼ ਅਲਫਾਬੈਟ ਨਾਲ ਸੰਬੰਧਿਤ ਜਿਹੜੀ ਰੀਜਨਿੰਗ ਹੈ ਉਸ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਇਹਨਾਂ ਦੀ ਅਸੀਂ ਨੰਬਰਿੰਗ ਕੀਤੀ ਹੋਈ ਸੀ। ਜਿਹੜਾ W ਦਾ ਨੰਬਰ ਹੈ ਉਹ ਕਿੰਨਾ ਹੁੰਦਾ 23, Z ਦਾ 26, T ਦਾ 20। ਇਹ ਤੁਸੀਂ ਇੱਕ ਟ੍ਰਿਕ ਤੁਹਾਨੂੰ ਦੱਸੀ ਹੋਈ ਹੈ ਉਹਦੇ ਵਿੱਚ ਤਾਂ ਕਿ ਤੁਸੀਂ ਆਸਾਨੀ ਨਾਲ ਇਹਨਾਂ ਨੂੰ ਯਾਦ ਕਰ ਸਕੋ। ਹੁਣ ਦੇਖੋ ਇਹਨੂੰ ਯਾਦ ਕਰਨ ਦਾ ਤਰੀਕਾ ਤੁਹਾਨੂੰ ਜਿਵੇਂ ਮੈਂ ਦੱਸਿਆ ਸੀ, M ਦਾ 13 ਹੁੰਦਾ, W ਉਸ ਦਾ ਉਲਟਾ ਕਰ ਲਓਗੇ, M ਦਾ ਤਾਂ W ਬਣਦਾ ਤਾਂ ਉੱਥੋਂ 23 ਆ ਗਿਆ ਹੈ ਨਾ, T ਦਾ T 20 ਔਰ Z ਲਾਸਟ ਹੁੰਦਾ 26। ਤਾਂ ਤੁਸੀਂ ਦੇਖੋਗੇ ਪਹਿਲੇ ਤੋਂ ਜਦੋਂ ਦੂਸਰਾ ਜਿਹੜਾ ਸਾਡੇ ਕੋਲ ਅੱਖਰ ਹੈ, ਲੈਟਰ ਹੈ, ਉਸ ਦੇ ਵਿੱਚ ਕਿੰਨੇ ਜੁੜੇ ਹੋਏ ਆ 3। ਇਸੇ ਤਰ੍ਹਾਂ ਅਗਲੇ ਦੇ ਵਿੱਚ ਦੇਖੋ, ਜੇ ਅਗਲੇ ਦੀ ਗੱਲ ਕਰੀਏ ਤਾਂ ਅਸੀਂ 3 6 ਕੀ ਕੀਤੇ ਹੋਏ ਹੈਗੇ, ਮਾਈਨਸ ਕੀਤੇ ਹੋਏ ਆ ਇਸ ਕੁਐਸਚਨ ਦੇ ਵਿੱਚ। ਇਹ ਪਹਿਲਾ ਜਿਹੜਾ ਸਾਡੇ ਕੋਲ ਸ਼ਬਦ ਸੀ, ਅੱਖਰ ਸਮੂਹ ਸੀ, ਉਸ ਦੇ ਵਿੱਚ ਇਹ ਰੂਲ ਫੋਲੋ ਹੋਇਆ। ਦੂਸਰੇ ਦੇ ਵਿੱਚ ਦੇਖੋ KNH, K ਦਾ ਕਿੰਨਾ ਹੁੰਦਾ ਸਾਡੇ ਕੋਲ, ਦੇਖੋ K ਦਾ ਸਾਡੇ ਕੋਲ ਹੁੰਦਾ ਹੈਗਾ ਕਿੰਗਜ਼ 11 ਪੰਜਾਬ 11 ਹੁੰਦਾ, N ਦਾ 14 ਹੁੰਦਾ, H ਦਾ ਹੁੰਦਾ 8। ਠੀਕ ਹੈ, ਇੱਥੇ ਵੀ ਦੇਖੋ ਤੁਸੀਂ ਦੇਖੋਗੇ ਤਾਂ ਇੱਥੇ ਕੀ ਹੈ ਸਾਡੇ ਕੋਲੇ 3 ਜੁੜੇ ਹੋਏ ਹੈ। 11 ਦੇ ਵਿੱਚ ਜੇ ਅਸੀਂ 3 ਜੋੜਦੇ ਹਾਂ ਤਾਂ ਸਾਡੇ ਕੋਲੇ ਕਿੰਨਾ ਆਉਂਦਾ ਹੈਗਾ 14। ਔਰ ਜੇ 14 ਦੇ ਵਿੱਚੋਂ ਅਸੀਂ 6 ਘਟਾਉਣੇ ਤਾਂ ਸਾਡੇ ਕੋਲੇ ਕਿੰਨਾ ਆਉਂਦਾ 8। ਇਹ ਰੂਲ ਇੱਥੇ ਵੀ ਫੋਲੋ ਹੋ ਰਿਹਾ। ਔਰ ਅੱਗੇ ਚੱਲਦੇ ਹਾਂ RUQ। R ਦਾ ਸਾਡੇ ਕੋਲ ਜਿਹੜਾ ਨੰਬਰ ਹੁੰਦਾ ਹੈਗਾ, R ਦਾ ਨੰਬਰ ਦੇਖੋ ਕਿੰਨਾ ਹੁੰਦਾ ਸਾਡੇ ਕੋਲੇ, ਉਹ ਹੁੰਦਾ ਹੈਗਾ 18। ਔਰ U ਦਾ ਸਾਡੇ ਕੋਲੇ ਹੁੰਦਾ ਹੈਗਾ UV ਨੇ ਕ੍ਰਿਕਟ ਕਦੋਂ ਖੇਡਣਾ ਸ਼ੁਰੂ ਕੀਤਾ ਸੀ 21 ਤੋਂ 22 ਸਾਲ ਦੀ ਉਮਰ ਵਿੱਚ, ਇਹਦਾ ਕੀ ਹੁੰਦਾ 21 ਹੁੰਦਾ। ਔਰ Q ਦਾ ਕੋਡ ਸਾਡੇ ਕੋਲੇ ਹੁੰਦਾ 17। ਹੁਣ ਦੇਖੋ ਇੱਥੇ ਕੀ ਹੈ, 18 ਦੇ ਵਿੱਚ ਅਸੀਂ 3 ਜੋੜਦੇ ਹਾਂ ਸਾਡੇ ਕੋਲੇ ਕਿੰਨਾ ਆ ਗਿਆ 21। ਔਰ 21 ਚੋਂ 4 ਅਸੀਂ ਘਟਾਉਣੇ ਤਾਂ ਕਿੰਨਾ ਹੋ ਗਿਆ ਸਾਡੇ ਕੋਲੇ 17। ਤਾਂ ਇੱਥੇ ਜਿਹੜਾ ਦੇਖੋ ਪਹਿਲਾਂ ਵਾਲੇ ਜਿਹੜੇ 2 ਰੂਲ ਸੀਗੇ ਲੱਗ ਰਹੇ ਸੀਗੇ, ਇੱਥੇ ਉਹ ਰੂਲ ਨਹੀਂ ਲੱਗ ਰਿਹਾ ਇਸ ਦੇ ਵਿੱਚ RUQ ਦੇ ਵਿੱਚ। ਦੇਖੋ ਪਹਿਲਾਂ ਕੀ ਹੁੰਦਾ ਸੀਗਾ 3 ਜੁੜ ਰਿਹਾ ਸੀ, ਫਿਰ 6 ਘਟ ਰਿਹਾ ਸੀ, ਔਰ ਇੱਥੇ ਕੀ ਹੈ 3 ਜੁੜ ਰਿਹਾ ਫਿਰ ਕਿੰਨਾ ਘਟ ਰਿਹਾ 4। ਤਾਂ ਅਗਲੇ ਜੇ ਤੁਸੀਂ 2 ਚੈੱਕ ਕਰੋਗੇ, ਚੌਥਾ ਅਤੇ ਪੰਜਵਾਂ, ਉਸ 'ਤੇ ਵੀ ਬੇਟਾ ਇਹ ਰੂਲ ਫੋਲੋ ਹੁੰਦਾ, ਪਰ ਇੱਥੇ ਇਹ ਰੂਲ ਫੋਲੋ ਨਹੀਂ ਹੋਇਆ ਤੀਸਰੇ ਦੇ ਵਿੱਚ। ਤਾਂ ਇੱਥੋਂ ਸਾਨੂੰ ਪਤਾ ਚੱਲ ਗਿਆ ਜਿਹੜਾ ਤੀਸਰਾ ਸਾਡਾ ਆਪਸ਼ਨ ਹੈ ਉਹ ਕੀ ਹੈ, ਬਾਕੀ ਸਾਰਿਆਂ ਨਾਲੋਂ ਡਿਫਰੈਂਟ ਹੈ। ਤਾਂ ਇਹ ਕੀ ਹੈ ਸਾਡਾ ਆਨਸਰ। ਚਲੋ ਇੱਕ ਕੁਐਸਚਨ ਹੋਰ ਕਰਦੇ ਹਾਂ। ਨੈਕਸਟ ਸਾਡੇ ਕੋਲ ਜਿਹੜਾ ਕੁਐਸਚਨ ਹੈ ਉਸ ਦੇ ਵਿੱਚ ਦੇਖੋ ਕਹਿੰਦੇ ਅੰਗਰੇਜ਼ੀ ਵਰਨਮਾਲਾ ਵਿੱਚ ਆਪਣੀ ਸਥਿਤੀ ਦੇ ਆਧਾਰ 'ਤੇ ਹੇਠਾਂ ਦਿੱਤੇ 5 ਵਿੱਚੋਂ ਕੋਈ 4 ਅੱਖਰ ਸਮੂਹ ਇੱਕ ਵਿਸ਼ੇਸ਼ ਤਰੀਕੇ ਨਾਲ ਇੱਕੋ ਜਿਹੇ ਹਨ, ਕਿਹੜਾ ਉਸ ਸਮੂਹ ਨਾਲ ਸੰਬੰਧਿਤ ਨਹੀਂ ਹੈ। ਇਹਨਾਂ ਦੇ ਵਿੱਚੋਂ ਜਿਹੜਾ ਇੱਕ ਹੈ ਉਹ ਵੱਖਰਾ ਅਸੀਂ ਦੱਸਣਾ। ਤਾਂ ਧਿਆਨ ਨਾਲ ਜੇ ਅਸੀਂ ਦੇਖਦੇ ਹਾਂ, ਆਹ ਸਾਡੇ ਕੋਲ ਜਿਹੜਾ ਆਪਸ਼ਨ ਹੈਗਾ ABC, ਇੱਥੇ ਸਾਡੇ ਕੋਲ ਹੈਗਾ IJK, ਉਸ ਤੋਂ ਬਾਅਦ ਹੈ OPQ, ਔਰ ਉਸ ਤੋਂ ਬਾਅਦ ਹੈ EFG, ਔਰ ਇੱਕ ਹੈਗਾ VWX।
पहले जिहड़े 4 ऑप्शन है वो जिहड़े स्टार्ट देखो उन्हां दी जिहड़ी स्टार्टिंग है वो किस नाल हो रही है, वोवल नाल। उन्हां दी जिहड़ी स्टार्टिंग है वो किस नाल हो रही है, वोवल नाल हो रही है। देखो आई नाल, ए नाल, ओ नाल और ई नाल, और लास्ट की जिहड़ी स्टार्टिंग है वो किस नाल हो रही है, कॉन्सोनेंट नाल हो रही है, व्यंजन नाल हो रही है। तो एक तो देखो इत्थों ही सानू पता लग गया इन्हां दे विचों एक ही आऊगा, डिफरेंट होगा। ठीक है, उस तो बाद वाले जिहड़े 2 लैटर है वो कंटीन्यूअस है, जिवें जे के, उस तो बाद इत्थे देखो वी ए बी सी, इत्थे ओ पी क्यू, उस तो बाद ई एफ जी, और इत्थे साडे कोल है वी डबल्यू एक्स। सारे देखो है तो कंटीन्यूअस, सारिਆਂ ਦੇ ਵਿੱਚ ही लगातार अंक अपने कोले अखर है आई जे के ए बी सी ओ पी क्यू, उस तो बाद ई एफ जी, इतने एफ है साढ़े कोल ई एफ जी, और उस तो बाद वी डबल्यू एक्स। पर इन्हों के डिफरेंस की है, जोड़ा लास्ट ऑप्शन है बेटा उसके जो पहला लैटर है साढ़े कोले वो की है, कॉन्सोनेंट है। बाकी सारिਆਂ ਦੇ ਵਿੱਚ पहला लैटर की सीगा, वोवल सीगा। तो इस करके जो 5वां ऑप्शन है साडा वो राइट आंसर है। अगे चलते हैं, नैक्सट क्वेश्चन साडे कोले देखो की है, हेठां दित्तियां लिखियां 5 विचों 4 अखर समूह अंग्रेजी वर्णमाला विच अपनी स्थिति के संबंध में इक्को ਜਿਹੇ ਹਨ ਤੇ ਕਿਹੜਾ ਉਸ ਨਾਲੋਂ ਵੱਖਰਾ ਹੈ। ਪਹਿਲਾਂ ਵਾਲੇ क्वेश्चन की तरह ही है, सिर्फ ਆਪਾਂ ਕੀ ਦੱਸਣਾ ਹੈਗਾ ਇਹਨਾਂ ਦੇ ਵਿੱਚੋਂ ਜਿਹੜਾ डिफरेंट है वो दसना है ਕਿਹੜਾ है। तो देखो ध्यान नाल जे तुसीं देखोगे, पहला साडे कोल ਜਿਹੜਾ अखर समूह है वो है सी एफ और आई। तो सी का ਜਿਹੜਾ नंबर ਹੁੰਦਾ है इंग्लिश अल्फाबेट ਦੇ ਵਿੱਚ 3 ਹੁੰਦਾ है, और एफ का तुहानूं दस्सिया होया फिक्स 6, ਇਹਦਾ 6 होगा, आई का आई 9 और 9 होगा। देखो 3 ਦੇ ਵਿੱਚ ਜਦੋਂ ਅਸੀਂ 3 जोड़ते हैं 6 मिल गया, 6 च फिर ਅਸੀਂ 3 जोड़ते हैं कितना आ गया साडे कोल 9। तो इस ते ये रूल लग्या होया है। अगला असीं देखते हैं यू एक्स और ए। ठीक है, यू का सानूं सारिਆਂ ਨੂੰ पता है, एक रूल सीगा यू बी ने क्रिकेट कदों खेडना शुरू किया, 21 तो 22 साल की उम्र के, इस करके यू का 21 हुंदा है और बी का कितना हुंदा है 22 हुंदा है। और एक्स का सानूं पता है ए हुंदा साडे कोल 24, और उस तो बाद ए का साडे कोल हुंदा है 1, यानी 26 तो साडे कोले जैड हुंदा है। उस तो बाद नैक्सट जे असीं देखिए ए हुंदा है, तो जदों सानूं 21 दे विच 3 जोड़ांगे, यू तो अगे चलांगे 3 स्टैप, तो साडे कोले की आऊगा यू वी डबल्यू एक्स। इस तरह एक्स तो जदों असीं 3 स्टैप अगे चलांगे, देखो साडे कोले की आऊगा, साडे कोले आऊगा वाई जैड ए। तो इत्थे भी वो रूल साडे कोले की होया, फॉलो हो गया। अगे चलते हैं, अगला जिहड़ा ऑप्शन हैगा वो साडे कोले हैगा आर यू एक्स। तीसरे ऑप्शन नूं चैक करते हैं, तो देखो यू तो हुणी आपां देखा सी कितना नंबर हुंदा इसदा 21, और एक्स का कितना हुंदा 24, और आर का कितना हुंदा साडा 18। ठीक है, इत्थे भी देखो 18 दे विच 3 जोड़ोगे 21 आ गया, 21 दे विच 3 जोड़ोगे कितना आ गया साडे कोले 24 आ गया। इत्थे भी ये रूल फॉलो हो रहा है। अगे चलते हैं, अगला ऑप्शन देखते हैं एस वी और जेड। एस का हुंदा साडे कोले 19, वी का हुणी आपां देखिया रूल देखा सी यू वी यू का 21 हुंदा ते वी का कितना हुंदा 22 हुंदा, और जैड का कितना हुंदा 26। तो इत्थे देखो 19 दे विच जे तुसीं 3 जोड़ते हो, 19 दे विच 3 जोड़ते हो तो सानू कितना मिल रहा हैगा 22 सानू मिल रहा हैगा। पर जदों 22 दे विच 4 जोड़ोगे तो साडे कोले कितना आएगा 26। तो इत्थे ये रूल की हो गया, गलत हो गया ऊपर वाला। क्यों? क्योंकि आपां की कर रहे हैं +3 कर रहे हैं, और इत्थे की होया पहली बार 3 जुड़िया, उस तो बाद कितना जुड़िया 4। तो ये साडे कोले की हैगा इन्हां नालों बाकी अखर समूह नालों की हैगा डिफरेंट है। इस करके यही साडा की है आंसर है। अगले नूं सानूं चैक करने की जरूरत नहीं। तो अगले क्वेश्चन ते चलते हैं। अगे साडे कोले फिर अखर समूह दिते हुए 5, उन्हां दे विचों जिहड़ा वखरा है वो असीं चुनना है। तो पहला साडे कोले देखो की है के एन और आर। असीं इस दे उपर एक रूल लगाने हैं। के दा देखो किंग 11 पंजाब 11 हुंदा है, एन का साडे कोले हुंदा हैगा 14, और आर का साडे कोले हुंदा हैगा 18। तो इत्थे की रूल लग्या, देखो इत्थे पहलां असीं +3 कीते, फिर असीं कीते 14 दे विच 4 जोड़े 18। ठीक है, अगे चलते हैं बेटा। अगे देखो कि अगला जिहड़ा साडे कोले हैगा ए डी और आई। ए दा साडे कोले हुंदा हैगा 1, डी दा हुंदा साडे कोले 4, और आई दा आई
9 ਹੁੰਦਾ ਹੈ। ਤਾਂ ਦੇਖੋ ਇੱਥੇ ਪਹਿਲਾਂ ਅਸੀਂ 3 ਜੋੜਿਆ, ਠੀਕ ਹੈ, ਔਰ ਉਸ ਤੋਂ ਬਾਅਦ ਇੱਥੇ ਕਿੰਨਾ ਜੋੜਿਆ ਹੋਇਆ 5। ਇਹ ਦੋਨੋਂ ਹੀ ਇੱਕ ਦੂਸਰੇ ਨਾਲੋਂ ਅਲੱਗ ਹੈ, ਪਹਿਲਾ ਔਰ ਦੂਸਰਾ। ਆਪਾਂ ਤੀਸਰਾ ਹੋਰ ਚੈੱਕ ਕਰਦੇ ਹਾਂ, ਸਾਨੂੰ ਕਲੀਅਰ ਹੋ ਜੂ ਵੀ ਇਹਨਾਂ ਦੋਨਾਂ ਦੇ ਵਿੱਚੋਂ ਕਿਹੜਾ ਸਾਡਾ ਆਨਸਰ ਹੈ। ਠੀਕ ਹੈ, ਸੀ, ਐਫ ਔਰ ਜੇ। ਸੀ ਦਾ ਸਾਡੇ ਕੋਲੇ ਹੁੰਦਾ ਹੈਗਾ ਨੰਬਰ 3, ਐਫ ਦਾ ਫਿਕਸ 6 ਹੁੰਦਾ ਹੈ, ਔਰ ਜੇ ਦਾ ਸਾਡੇ ਕੋਲੇ ਹੁੰਦਾ ਹੈਗਾ 9। ਠੀਕ ਹੈ, ਸੌਰੀ, ਜੇ ਦਾ ਸਾਡੇ ਕੋਲੇ ਹੁੰਦਾ 10, ਜੇ ਦਾ ਕਿੰਨਾ ਹੁੰਦਾ 10। ਤਾਂ ਇੱਥੇ ਦੇਖੋ ਕੀ ਹੈ, ਪਹਿਲਾਂ 3 ਐਡ ਹੋਏ, ਫਿਰ 4 ਐਡ ਹੋਇਆ, 6 ਤੇ 4 10। ਤਾਂ ਅਸੀਂ ਧਿਆਨ ਨਾਲ ਦੇਖੀਏ, ਪਹਿਲੇ ਆਹ ਤੇ ਆਹ ਤਾਂ ਸੇਮ ਹੈ ਕਿਉਂਕਿ ਇਹਨਾਂ ਦੇ ਸੇਮ ਰੂਲ ਲੱਗਿਆ। ਤਾਂ ਇਹਦੇ ਉੱਪਰ ਜਿਹੜਾ ਰੂਲ ਹੈ ਉਹ ਇਹਨਾਂ ਦੋਨਾਂ ਵਾਲਾ ਨਹੀਂ ਹੈਗਾ। ਇਸੇ ਤਰ੍ਹਾਂ ਜੇ ਤੁਸੀਂ ਬਾਕੀ ਦੋ ਨੂੰ ਵੀ ਬੇਟਾ ਚੈੱਕ ਕਰੋਗੇ ਤਾਂ ਉਹਨਾਂ ਦੇ ਉੱਪਰ ਵੀ ਇਹੀ ਰੂਲ ਲੱਗੂਗਾ, ਕਿਹੜਾ, ਪਹਿਲੀ ਵਾਰ 3+, ਦੂਸਰੀ ਵਾਰ +4। ਠੀਕ, ਤਾਂ ਜਿਹੜਾ ਇਹ 3 ਔਰ 5 ਵਾਲਾ ਰੂਲ ਸੀ ਇਹ ਗਲਤ ਹੈ, ਇਸ ਕਰਕੇ ਇਹੀ ਇਹਨਾਂ ਦੇ ਵਿੱਚੋਂ ਕੀ ਹੈਗਾ, ਡਿਫਰੈਂਟ ਹੈ। ਇਹ ਸਾਡਾ ਕੀ ਬਣ ਗਿਆ, ਆਨਸਰ ਬਣ ਗਿਆ। ਤਾਂ ਬਹੁਤ ਹੀ ਆਸਾਨ ਹੈ। ਜੇ ਤੁਸੀਂ ਕਲਾਸੀਫਿਕੇਸ਼ਨ ਨੂੰ ਕਰਨਾ ਹੈ ਤਾਂ ਤੁਹਾਡੇ ਇੰਗਲਿਸ਼ ਅਲਫਾਬੈਟ ਦੇ ਜਿਹੜੇ ਨੰਬਰਿੰਗ ਹੈ ਉਹ ਯਾਦ ਹੋਣੀ ਚਾਹੀਦੀ ਹੈ। ਉਹਦੇ ਲਈ ਜਿਹੜੀ ਫਸਟ ਵੀਡੀਓ ਹੈ ਸਾਡੀ ਇੰਗਲਿਸ਼ ਅਲਫਾਬੈਟ ਦੀ ਰੀਜਨਿੰਗ ਦੇ ਉੱਪਰ ਬਣੀ ਹੋਈ, ਤੁਸੀਂ ਉਸ ਨੂੰ ਦੇਖੋਗੇ ਤਾਂ ਤੁਹਾਡੇ ਜਿਹੜੇ ਨੰਬਰ ਹੈ ਆਸਾਨੀ ਨਾਲ ਯਾਦ ਹੋ ਜਾਣਗੇ। ਉਸ ਦੇ ਵਿੱਚ ਸਾਰਿਆਂ ਦੀ ਜਿਹੜੀ ਟ੍ਰਿਕ ਹੈ ਅਪੋਜਿਟ ਲੈਟਰਜ਼ ਦੀ ਔਰ ਇਸ ਦੀ ਉਹ ਦਿੱਤੀ ਹੋਈ ਹੈ। ਅੱਗੇ ਚੱਲਦੇ ਹਾਂ ਜੀ, ਅਗਲਾ ਕੁਐਸਚਨ। ਇਸੇ ਤਰ੍ਹਾਂ ਸਾਡੇ ਕੋਲੇ ਜਿਹੜਾ ਅਗਲਾ ਕੁਐਸਚਨ ਹੈ ਬੇਟਾ, ਉਸ ਦੇ ਵਿੱਚ ਵੀ 5 ਸਾਨੂੰ ਆਪਸ਼ਨ ਦਿੱਤੇ ਹੋਏ ਹੈ, ਔਰ ਜਿਹੜਾ ਅਲੱਗ ਸਾਡੇ ਕੋਲ ਇਹਨਾਂ ਦੇ ਵਿੱਚੋਂ ਵੱਖਰਾ ਹੈ ਉਹ ਅਸੀਂ ਲੱਭਣਾ ਹੈ। ਔਡ ਵਨ ਹੈ ਜਿਹੜਾ ਉਹ ਅਸੀਂ ਫਾਈਂਡ ਆਊਟ ਕਰਨਾ ਹੈ। ਤਾਂ ਦੇਖੋ ਕੀ ਹੈਗਾ, ਵਾਈਟ ਨੂੰ ਚੇਂਜ ਕੀਤਾ ਹੋਇਆ ਪਹਿਲੇ ਆਪਸ਼ਨ ਦੇ ਵਿੱਚ। ਦੇਖੋ ਕਿ IWEHT ਹੋਇਆ ਕਿ ਜਿਹੜਾ ਫਸਟ ਪੋਜੀਸ਼ਨ 'ਤੇ ਲੈਟਰ ਹੈ, ਦੇਖੋ W ਦਾ ਜਿਹੜਾ ਨੰਬਰ ਹੈ ਉਹ 1 ਹੈ, ਉਹ ਕੀ ਹੋ ਜਾਂਦਾ ਹੈਗਾ ਸੈਕਿੰਡ, ਔਰ ਜਿਹੜਾ ਸਾਡੇ ਕੋਲੇ ਸੈਕਿੰਡ ਹੈ H ਉਹ ਹੋ ਜਾਂਦਾ ਹੈ 4th, ਯਾਨੀ ਪਹਿਲਾ ਜਿਹੜਾ ਲੈਟਰ ਹੈ ਉਹ ਦੂਸਰੇ ਸਥਾਨ 'ਤੇ ਚਲਾ ਜਾਂਦਾ ਹੈ, ਔਰ ਜਿਹੜਾ ਦੂਸਰਾ ਹੈ ਉਹ ਕਿਹੜੇ ਸਥਾਨ 'ਤੇ ਚਲਾ ਜਾਂਦਾ ਹੈ, ਚੌਥੇ 'ਤੇ। ਠੀਕ ਹੈ, ਔਰ ਜਿਹੜਾ ਪੰਜਵਾਂ ਸਾਡੇ ਕੋਲ ਲੈਟਰ ਹੈ E, ਇਹ ਜਿਹੜਾ ਹੈਗਾ ਚੇਂਜ ਹੋ ਜਾਂਦਾ ਕਿਹੜੇ ਸਥਾਨ 'ਤੇ, ਤੀਸਰੇ 'ਤੇ। ਔਰ ਜਿਹੜੇ ਸਾਡੇ ਕੋਲ ਤੀਜਾ ਅਤੇ ਚੌਥਾ ਸੀਗੇ ਵਿਚਕਾਰ ਵਾਲੇ, ਇਹ ਹੋ ਜਾਂਦੇ ਆ ਸਾਡੇ ਕੋਲ ਐਂਡ ਪੁਆਇੰਟ, ਯਾਨੀ ਪਹਿਲਾ ਔਰ ਤੀਸਰਾ ਜਿਹੜਾ ਸੀਗਾ ਉਹ ਕੀ ਬਣ ਜਾਂਦਾ ਸਾਡੇ ਕੋਲ ਪਹਿਲਾ, ਔਰ ਜਿਹੜਾ ਸਾਡੇ ਕੋਲ ਚੌਥਾ ਸੀਗਾ ਉਹ ਕੀ ਬਣ ਜਾਂਦਾ ਸਾਡੇ ਕੋਲ ਪੰਜਵਾਂ। ਤਾਂ ਇਹ ਇਸ ਤਰ੍ਹਾਂ ਚੇਂਜਿੰਗ ਹੋਈ ਹੈ ਇਹਦੇ ਵਿੱਚ। ਠੀਕ ਹੈ, ਹੁਣ ਆਪਾਂ ਫਸਟ ਦੇ ਉੱਪਰ ਇਹ ਰੂਲ ਲੱਗਿਆ ਹੋਇਆ, ਸੈਕਿੰਡ ਆਪਾਂ ਬਲੈਕ ਨੂੰ ਚੈੱਕ ਕਰਦੇ ਹਾਂ, ਬਲੈਕ ਦੇ ਉੱਪਰ ਕੀ ਰੂਲ ਲੱਗਿਆ ਹੋਇਆ। ਦੇਖੋ ਬਲੈਕ ਤੋਂ ਕੀ ਬਣੇਗਾ, ਇਸੇ ਤਰ੍ਹਾਂ ਜਿਹੜਾ ਸਾਡੇ ਕੋਲ ਦੇਖੋ ਪਹਿਲਾ ਲੈਟਰ ਹੈ ਉਹ ਕੀ ਹੋ ਜਾਏਗਾ ਦੂਸਰਾ, ਔਰ ਜਿਹੜਾ ਦੂਸਰਾ ਲੈਟਰ ਹੈ ਉਹ ਕੀ ਹੋ ਜਾਏਗਾ ਸਾਡੇ ਕੋਲ ਚੌਥਾ, ਔਰ ਜਿਹੜਾ ਸਾਡੇ ਕੋਲ ਤੀਸਰਾ ਲਾਸਟ ਵਾਲਾ ਪੰਜਵਾਂ ਉਹ ਕਿਹੜਾ ਹੋ ਜਾਏਗਾ ਤੀਸਰਾ। ਇਸ ਤਰੀਕੇ ਨਾਲ ਅਸੀਂ ਚੇਂਜ ਕਰਨਾ ਸੀਗਾ। ਠੀਕ ਹੈ, ਦੁਬਾਰਾ ਮੈਂ ਲਿਖ ਕੇ ਦੇਖਦੇ ਹਾਂ ਹੁਣ ਆਪਾਂ ਇਹਨੂੰ। ਤਾਂ ਕੀ ਆਉਂਦਾ, ਦੇਖੋ ਜਿਹੜਾ ਸਾਡੇ ਕੋਲ ਬਲੈਕ ਪਹਿਲਾ ਸੀ ਉਹ ਕੀ ਹੋ ਜਾਏਗਾ ਦੂਸਰਾ B, ਦੂਸਰਾ ਕੀ ਹੋ ਜਾਏਗਾ ਚੌਥਾ, ਇੱਥੇ ਚਲਾ ਜਾਏਗਾ ਇਹ L, ਔਰ ਜਿਹੜਾ ਲਾਸਟ ਵਾਲਾ ਸੀ ਹੋ ਜਾਏਗਾ ਤੀਸਰਾ K, ਔਰ ਜਿਹੜੇ ਇਹ ਦੋਨੋਂ ਸੀ ਇਹ ਐਂਡ ਪੁਆਇੰਟ ਬਣਦੇ ਆ A ਔਰ C। ਤਾਂ ਕੀ ਬਣ ਗਿਆ ABKLC, ਬਿਲਕੁਲ ਠੀਕ ਹੈ। ਹਜੇ ਤੱਕ ਇਹ ਦੋਨੋਂ ਸੇਮ ਆ ਰਹੇ ਹੈ, ਪਹਿਲਾ ਔਰ ਦੂਸਰਾ, ਇਹਨਾਂ ਦੇ ਉੱਪਰ ਸੇਮ ਰੂਲ ਲੱਗ ਰਿਹਾ ਹੈਗਾ। ਅੱਗੇ ਫਿਰ ਆਪਾਂ ਦੇਖਦੇ ਹਾਂ ਹੁਣ ਟਾਈਪਸ ਦੇ ਉੱਪਰ ਮੈਂ ਰੂਲ ਲਗਾ ਕੇ ਦੇਖਦਾ ਇਹੀ ਲੱਗ ਰਿਹਾ ਕਿ ਨਹੀਂ ਲੱਗ ਰਿਹਾ। ਠੀਕ ਹੈ, ਕੀ ਕਰਾਂਗੇ ਆਪਾਂ, ਉਹੀ ਰੂਲ, ਜਿਹੜਾ T ਹੈ ਇਹ ਚਲਾ ਜਾਏਗਾ ਸੈਕਿੰਡ ਪੋਜੀਸ਼ਨ 'ਤੇ, Y ਹੈ ਜਿਹੜਾ ਇਹ ਚਲਾ ਜਾਏਗਾ ਚੌਥੀ ਪੋਜੀਸ਼ਨ 'ਤੇ, ਔਰ ਜਿਹੜਾ ਲਾਸਟ 'ਤੇ S ਹੈ ਇਹ ਆ ਜਾਏਗਾ ਤੀਸਰੀ ਪੋਜੀਸ਼ਨ 'ਤੇ, ਔਰ ਜਿਹੜੇ ਦੋ ਆ ਤੀਜਾ ਅਤੇ ਸਾਡੇ ਕੋਲ ਚੌਥਾ ਸੀ ਇਹ ਬਣ ਗਏ ਸਾਡੇ ਐਂਡ ਪੁਆਇੰਟ P ਔਰ E। ਤਾਂ ਦੇਖੋ ਮਿਲ ਰਿਹਾ PTSYE, ਇਹ ਵੀ ਬਿਲਕੁਲ ਠੀਕ ਆ ਰਿਹਾ ਹੈਗਾ। ਤਾਂ ਆਪਾਂ ਹੁਣ 4th ਨੂੰ ਚੈੱਕ ਕਰਦੇ ਹਾਂ, ਬੈਂਕਸ। ਉਸ ਦੇ ਉੱਪਰ ਜੇ ਆਪਾਂ ਰੂਲ ਲਗਾਵਾਂਗੇ ਤਾਂ ਇਹ ਬਣ ਜਾਏਗਾ ਇੱਥੇ B, ਔਰ ਇਹ ਚਲਾ ਜਾਏਗਾ ਚੌਥੀ ਪੋਜੀਸ਼ਨ 'ਤੇ, S ਆ ਜਾਏਗਾ ਵਿਚਾਲੇ ਸਾਡੇ ਕੋਲ ਵਿਚਕਾਰ, ਔਰ N ਤੇ K ਸਾਡੇ ਬਣ ਗਏ ਐਂਡ ਪੁਆਇੰਟ। ਬਿਲਕੁਲ ਸੇਮ ਰੂਲ ਲਗਾਇਆ, ਤਾਂ ਦੇਖੋ NBSAK ਬਣ ਰਿਹਾ। ਤਾਂ ਠੀਕ ਹੈ, ਇਹ ਵੀ ਇਸ ਰੂਲ ਨੂੰ ਫੋਲੋ ਕਰ ਰਿਹਾ। ਤਾਂ ਜਿਹੜਾ ਲਾਸਟ ਬਚ ਗਿਆ ਇਹੀ ਸਾਡਾ ਆਨਸਰ ਹੈ। ਦੇਖੋ ਉਸ ਦੇ ਉੱਪਰ ਇਹ ਰੂਲ ਸਹੀ ਨਹੀਂ ਆਏਗਾ। ਕੀ ਹੈ, ਦੇਖੋ ਸਾਡੇ ਕੋਲ ਅਬਾਊਟ, ਉਹਨੂੰ ਅਸੀਂ ਚੇਂਜ ਕਰਦੇ ਹਾਂ, ਇਹਨੂੰ ਅਸੀਂ ਲਿਖਣਾ ਸੈਕਿੰਡ ਪੋਜੀਸ਼ਨ 'ਤੇ, ਇਹਨੂੰ ਲਿਖਣਾ B ਨੂੰ ਅਸੀਂ 4th ਪੋਜੀਸ਼ਨ 'ਤੇ, ਔਰ ਜਿਹੜਾ ਲਾਸਟ ਵਾਲਾ ਇਹ ਵਿਚਕਾਰ ਆ ਜਾਂਦਾ ਹੈ, ਔਰ OU ਐਂਡ ਪੁਆਇੰਟ ਬਣ ਗਏ। ਤਾਂ ਇਹ ਬਣਨਾ ਚਾਹੀਦਾ ਸੀ OATVU, ਪਰ ਇੱਥੇ ਕੀ ਬਣਦਾ ਦੇਖੋ
OATUV ਆਪਸ਼ਨ ਦੇ ਵਿੱਚ ਕੀ ਦਿੱਤਾ ਹੋਇਆ ਸਾਨੂੰ OATUV ਬਣਨਾ ਕੀ ਚਾਹੀਦਾ ਸੀ OATVU। ਤਾਂ ਇਹੀ ਸਾਡਾ ਕੀ ਹੈ ਰਾਈਟ ਆਨਸਰ ਹੈ। ਤਾਂ ਅੱਗੇ ਚੱਲਦੇ ਹਾਂ। ਅੱਗੇ ਸਾਡੇ ਕੋਲੇ ਕੁਐਸਚਨ ਨੰਬਰ 6 ਤੋਂ 12 ਕੁਛ ਸਾਨੂੰ 5 ਆਪਸ਼ਨ ਦਿੱਤੇ ਹੋਏ ਹੈ। ਕੀ ਕਿਹਾ ਹੋਇਆ ਦੇਖੋ, ਕੋਈ 4 ਵਸਤੂਆਂ ਇੱਕ ਵਿਸ਼ੇਸ਼ ਤਰੀਕੇ ਨਾਲ ਇੱਕੋ ਜਿਹੇ ਹਨ, ਇਸ ਲਈ ਇੱਕ ਸਮੂਹ ਬਣਦਾ ਹੈ। ਉਹ ਕਿਹੜਾ ਹੈ ਜੋ ਉਸ ਸਮੂਹ ਨਾਲ ਸੰਬੰਧ ਨਹੀਂ ਰੱਖਦਾ ਜਾਂ ਸੰਬੰਧਿਤ ਨਹੀਂ ਹੈ। ਤਾਂ ਦੇਖੋ ਪਹਿਲਾ ਜਿਹੜਾ 6ਵਾਂ ਕੁਐਸਚਨ ਹੈ, ਸਾਨੂੰ ਆਪਸ਼ਨ ਦਿੱਤੇ ਹੋਏ ਧਰਤੀ, ਸ਼ਨੀ, ਚੰਨ, ਸੂਰਜ ਤੇ ਬ੍ਰਹਿਸਪਤੀ। ਦੇਖੋ ਧਰਤੀ, ਸ਼ਨੀ, ਚੰਨ ਔਰ ਬ੍ਰਹਿਸਪਤੀ ਇਹ ਸਾਰੇ ਦੇ ਸਾਰੇ ਹੀ ਕੀ ਹੈ ਗ੍ਰਹਿ ਤੇ ਉਪਗ੍ਰਹਿ ਹੈ, ਜਿਹੜੇ ਕਿ ਸੂਰਜ ਦੇ ਆਲੇ ਦੁਆਲੇ ਜਾਂ ਇੱਕ ਦੂਸਰੇ ਦੇ, ਜਿਵੇਂ ਚੰਨ ਹੈ ਉਹ ਧਰਤੀ ਦੇ ਆਲੇ ਦੁਆਲੇ ਚੱਕਰ ਲਗਾਉਂਦਾ, ਤੇ ਜਿਹੜਾ ਸੂਰਜ ਹੈ ਉਹ ਇੱਕ ਤਾਰਾ ਹੈ। ਜਾਣੀ ਬਾਕੀ ਸਾਰੇ ਗ੍ਰਹਿ ਤੇ ਉਪਗ੍ਰਹਿ ਸੀ, ਤਾਂ ਇਹਦਾ ਜਿਹੜਾ ਆਪਸ਼ਨ ਹੈ ਉਹ ਕੀ ਹੈਗਾ ਸੂਰਜ ਹੈ। ਠੀਕ ਹੈ, ਕਿਉਂਕਿ ਬਾਕੀ ਸਾਰੇ ਗ੍ਰਹਿ ਜਿਹੜੇ ਚੰਨ ਨੂੰ ਛੱਡ ਕੇ ਉਹ ਸੂਰਜ ਦਾ ਚੱਕਰ ਲਗਾਉਂਦੇ, ਔਰ ਚੰਨ ਕਿਸ ਦਾ ਚੱਕਰ ਲਗਾਉਂਦਾ ਧਰਤੀ ਦਾ। ਤਾਂ ਸੂਰਜ ਹੈ ਜਿਹੜਾ ਕਿਸੇ ਦੇ ਆਲੇ ਦੁਆਲੇ ਚੱਕਰ ਨਹੀਂ ਲਗਾਉਂਦਾ, ਇਹ ਕੀ ਹੈ ਇੱਕ ਜਗ੍ਹਾ ਤੇ ਖੜਾ ਹੋਇਆ ਸਥਿਰ ਹੈ। ਤਾਂ ਇਹ ਸਾਡਾ ਆਨਸਰ ਹੈ। ਅੱਗੇ ਦੇਖੋ ਧਰਤੀ, ਸ਼ਨੀ, ਚੰਨ, ਮੰਗਲ ਔਰ ਬ੍ਰਹਿਸਪਤੀ। ਧਰਤੀ, ਸ਼ਨੀ, ਮੰਗਲ ਔਰ ਬ੍ਰਹਿਸਪਤੀ ਇਹ ਸਾਰੇ ਗ੍ਰਹਿ ਹੈ, ਤੇ ਚੰਨ ਕੀ ਹੈ ਇਕੱਲਾ ਉਪਗ੍ਰਹਿ ਹੈ। ਤਾਂ ਇਹੀ ਸਾਡਾ ਰਾਈਟ ਆਨਸਰ ਹੈ, ਇਹ ਇਹਨਾਂ ਨਾਲੋਂ ਅਲੱਗ ਹੈ। ਅੱਗੇ ਹੈ ਘੋੜਾ, ਖੋਤਾ, ਗਾਂ, ਬੱਕਰੀ ਔਰ ਕੁੱਤਾ। ਤਾਂ ਇਸ ਦੇ ਵਿੱਚ ਤੁਸੀਂ ਦੇਖੋਗੇ ਕੁੱਤੇ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਜਾਨਵਰ ਹੈ ਉਹ ਸ਼ਾਕਾਹਾਰੀ ਹੈ, ਯਾਨੀ ਮਾਸ ਨਹੀਂ ਖਾਂਦੇ। ਤਾਂ ਇਸ ਕਰਕੇ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਕੀ ਹੈ ਕੁੱਤਾ। ਅੱਗੇ ਸਾਡੇ ਕੋਲੇ ਹੈ 9ਵਾਂ ਕੁਐਸਚਨ। ਉਸ ਦੇ ਵਿੱਚ ਕੀ ਹੈ ਦਿੱਤਾ ਹੋਇਆ ਜੂਨ, ਸਾਲ, ਹਫਤਾ, ਮਹੀਨਾ ਤੇ ਦਿਨ। ਦੇਖੋ ਸਾਲ ਕੀ ਹੈ ਸਮੇਂ ਨੂੰ ਦਰਸਾਉਂਦਾ ਵੀ ਕਿੰਨਾ ਸਮਾਂ ਹੋ ਗਿਆ, ਸਾਲ ਹੋ ਗਿਆ, ਜਾਂ ਹਫਤਾ ਵੀ ਸਮੇਂ ਦੀ ਇੱਕ ਇਕਾਈ ਹੈ, ਮਹੀਨਾ ਵੀ ਔਰ ਦਿਨ ਵੀ। ਜੂਨ ਇੱਕ ਮਹੀਨੇ ਦਾ ਨਾਮ ਹੈ, ਤਾਂ ਇਸ ਕਰਕੇ ਜੂਨ ਇਹਦਾ ਕੀ ਹੈ ਰਾਈਟ ਆਨਸਰ ਹੈ। ਅੱਗੇ ਅਗਲਾ ਕੁਐਸਚਨ ਕੁੱਤਾ, ਬਿੱਲੀ, ਘੋੜਾ, ਮੱਝ, ਜੈਬਰਾ। ਇਹਨਾਂ ਦੇ ਵਿੱਚੋਂ ਅਸੀਂ ਔਡ ਵਨ ਜਿਹੜਾ ਅਲੱਗ ਹੈ ਉਹ ਦੇਖਣਾ ਹੈ। ਤਾਂ ਬਾਕੀ ਸਾਰੇ ਪਾਲਤੂ ਜਾਨਵਰ ਹੈ, ਜਿਹੜਾ ਜੈਬਰਾ ਇਕੱਲਾ ਇਹ ਕੀ ਹੈਗਾ ਜੰਗਲੀ ਜਾਨਵਰ ਹੈ। ਤਾਂ ਇਸ ਕਰਕੇ ਇਹ ਸਾਡਾ ਕੀ ਹੈਗਾ ਰਾਈਟ ਆਨਸਰ ਹੈ, ਬਾਕੀਆਂ ਨਾਲੋਂ ਅਲੱਗ ਹੈ ਇਹ। ਅੱਗੇ ਚੱਲਦੇ ਹਾਂ। ਸੇਬ, ਸੰਤਰਾ, ਪਪੀਤਾ, ਅਮਰੂਦ ਇਹ ਚਾਰੋਂ ਫਲ ਹੈ, ਔਰ ਗੁਲਾਬ ਕੀ ਇੱਕ ਫੁੱਲ ਹੈ। ਤਾਂ ਇਸ ਕਰਕੇ ਇਹ ਕੀ ਹੈਗਾ ਇਹਨਾਂ ਨਾਲੋਂ ਵੱਖਰਾ ਹੈ, ਅਲੱਗ ਹੈ। ਤਾਂ ਅੱਗੇ ਚੱਲਦੇ ਹਾਂ। ਨੈਕਸਟ ਕੁਐਸਚਨ ਦੇਖੋ ਕੀ ਹੈ। ਅੱਗੇ ਹੈ ਚੀਤਾ, ਗਾਂ, ਕੁੱਤੀ, ਘੋੜੀ ਔਰ ਸ਼ੇਰਨੀ। ਤਾਂ ਜਿਹੜੇ ਸਾਡੇ ਕੋਲੇ 4 ਆ ਆਪਸ਼ਨ ਹੈ ਬੇਟਾ, ਇਹ ਚਾਰੋਂ ਜਿਹੜੇ ਸਾਡੇ ਕੋਲੇ ਜਾਨਵਰ ਹੈ ਇਹ ਕੀ ਹੈ ਮਾਦਾ, ਤੇ ਇਹ ਸਾਡੇ ਕੋਲ ਜਿਹੜਾ ਚੀਤਾ ਕੱਲਾ ਇਹ ਕੀ ਹੈ ਇਹ ਹੈਗਾ ਨਰ। ਠੀਕ ਹੈ, ਤਾਂ ਇਸ ਕਰਕੇ ਇਹੀ ਇਸ ਦਾ ਕੀ ਹੈਗਾ ਰਾਈਟ ਆਨਸਰ ਹੈ। ਤਾਂ ਅੱਗੇ ਹੁਣ ਐਕਸਰਸਾਈਜ਼ ਹੈ ਸਾਡੇ ਕੋਲ, ਉਸ ਦੇ ਵਿੱਚ ਜਿਹੜਾ ਪਹਿਲਾ 4 ਸਾਨੂੰ ਆਪਸ਼ਨ ਦਿੱਤੇ ਹੋਏ ਹੈ, ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸ਼ਬਦ ਹੈ ਬਾਕੀ ਇਹ 3 ਨਾਲੋਂ ਅਲੱਗ ਹੈ, ਇਹਨਾਂ ਦੇ ਸਮੂਹ ਨੂੰ ਉਹ ਬਿਲੋਂਗ ਨਹੀਂ ਕਰਦਾ, ਉਹ ਅਸੀਂ ਜਿਹੜਾ ਸ਼ਬਦ ਆ ਉਹ ਦੱਸਣਾ। ਤਾਂ ਆਓ ਸ਼ੁਰੂ ਕਰਦੇ ਹਾਂ ਕੁਐਸਚਨ। ਦੇਖੋ ਪਹਿਲਾ ਹੈ ਏਸ। ਏਸ ਦੇ ਵਿੱਚ ਸਾਨੂੰ ਪਤਾ ਹੈ ਇੰਗਲਿਸ਼ ਅਲਫਾਬੈਟ ਦੇ ਵਿੱਚ ਇਹ ਫਸਟ ਪੋਜੀਸ਼ਨ 'ਤੇ ਹੁੰਦਾ ਹੈ, ਇਹ ਥਰਡ ਦੇ ਉੱਪਰ ਹੁੰਦਾ ਹੈ, ਔਰ ਈ ਹੁੰਦਾ 5th ਦੇ ਉੱਪਰ। ਤਾਂ ਪਹਿਲਾਂ ਦੇਖੋ 2 ਐਡ ਹੋਇਆ, ਔਰ ਉਸ ਤੋਂ ਬਾਅਦ ਫਿਰ 2 ਐਡ ਹੋਇਆ। ਠੀਕ ਹੈ, ਇਹ ਰੂਲ ਲੱਗਿਆ ਹੋਇਆ, 2 ਜੁੜਿਆ ਹੋਇਆ, ਯਾਨੀ ABC ਫਿਰ CDE, ਇੱਕ ਦਾ ਯਾਨੀ ਗੈਪ ਆ ਕੇ ਅਗਲਾ ਜਿਹੜਾ ਲੈਟਰ ਉਹ ਆ ਰਿਹਾ। ਇੱਥੇ ਦੇਖੋ PRT, ਤਾਂ ਕੀ ਹੈਗਾ ਹੋਊਗਾ ਇੱਥੇ ਦੇਖੋ PQR, ਇੱਥੇ Q ਹੋਊਗਾ, ਉਸ ਤੋਂ ਬਾਅਦ RST, ਇਹ ਵੀ ਠੀਕ ਹੈ, ਇੱਕ ਇੱਕ ਦਾ ਗੈਪ ਹੈਗਾ ਇੱਥੇ ਵੀ ਸਾਡੇ ਕੋਲ। ਉਸ ਤੋਂ ਬਾਅਦ ਹੈ LN ਔਰ P, ਇਸ ਦੇ ਵਿੱਚ ਵੀ ਠੀਕ ਹੈ, JKLM ਆਊਗਾ, NO ਆਊਗਾ, ਉਸ ਤੋਂ ਬਾਅਦ ਇਸ ਦੇ ਵਿਚਕਾਰ P, ਯਾਨੀ ਕੰਟੀਨਿਊਸ ਹੈ, ਇੱਕ ਨੂੰ ਛੱਡ ਕੇ ਇੱਕ ਦਾ ਮਿਸਿੰਗ ਹੈ ਲੈਟਰ। ਠੀਕ ਹੈ, ਇੱਥੇ ਵੀ ਜਿਵੇਂ B ਹੈ ਨਹੀਂ ਸੀਗਾ, ਇੱਥੇ D ਹੈ ਨਹੀਂ ਸੀਗਾ, ਇਹ ਰੂਲ ਲੱਗਿਆ ਹੋਇਆ। ਅੱਗੇ ਚੱਲਦੇ ਹਾਂ, ਲਾਸਟ ਜਿਹੜਾ ਬਚ ਗਿਆ ਉਸ ਦੇ ਉੱਪਰ ਦੇਖਦੇ ਹਾਂ ਰੂਲ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ। ਕੀ ਹੁੰਦਾ ਹੈਗਾ ਦੇਖੋ PQRS ਹੁੰਦਾ, ਦੇਖੋ R ਤੋਂ ਬਾਅਦ ਕੀ ਹੋਣਾ ਸੀ S, ਤਾਂ ਇੱਥੇ ਕੀ ਆਇਆ ਪਿਆ T ਆਇਆ ਹੋਇਆ, ਤਾਂ ਇਹੀ ਕੀ ਹੈ ਇੱਥੇ ਗੜਬੜ ਹੈ, PQRS ਹੋਣਾ ਚਾਹੀਦਾ ਸੀ, ਪਰ ਆ ਕੀ ਰਹਿ ਗਿਆ ਇੱਥੇ T ਰਹੇਗਾ। ਇੱਕ ਦਾ ਗੈਪ ਹੋਣਾ ਜ਼ਰੂਰੀ ਹੈ, ਇੱਥੇ ਇੱਕ ਦਾ ਗੈਪ ਨਹੀਂ ਹੈਗਾ, 2 ਦਾ ਗੈਪ ਹੈ। ਠੀਕ ਹੈ, ਤਾਂ ਇਹੀ ਇਹਦਾ ਕੀ ਹੈ ਰਾਈਟ ਆਨਸਰ। ਅੱਗੇ ਚੱਲਦੇ ਹਾਂ। ਨੈਕਸਟ ਕੁਐਸਚਨ ਸਾਡੇ ਕੋਲ ਦੇਖੋ ਕੀ ਹੈ,
PRUCEGDFILNQ। इस दे विच देखो किहड़ा डिफरेंट है। देखो P नूं जे पहलां लिखदे हैं, P तो असी R ते पहुँचांगे किवें 2 ऐड करके, P दे तो R ते किवें पहुँचांगे 2 ऐड करके, PQR एक दा गैप है। उस तो बाद U ते किवें पहुँचांगे फिर असी 3 ऐड करके, क्योंकि PQ है नहीं इस दे विच, Q मिस है, इस दे विच RST 2 मिस है। अगे साडे कोल हैगा देखो CE और G। इत्थे की है C तो असी E ते पहुँचांगे कितना ऐड करांगे 2, क्योंकि D है नहीं गा, D विचों मिस है। उस तो बाद है EFG, इत्थे भी की है एक मिस है, तो कितना ऐड होया 2। तो पहला वाले नालों ये अलग हो गया। हुण आपां तीसरा होर चैक कर लेने, एक DF और I। D तो असी F ते पहुँच रहे हैं देखो 2 ऐड करके, क्यों D का नंबर 4 हुंदा, F का 6 हुंदा, I का 9 हुंदा। इन्हों जे तुसीं लिख लोगे तो आसानी नाल कर सकते हो। तो इत्थे साडे कोले 3 ऐड होया। देखो ये दोनों इक्को जिक्के है, आ अलग है, तो ये साडा राइट आंसर है। ये इन्हां नाल मैच नहीं कर रहा। अगे चलते हैं थर्ड ऑप्शन। थर्ड ऑप्शन दे विच देखो की है, पहले 3 जिहड़े लैटर है वो सेम है, A और A। तीसरे क्वेश्चन दे विच जे असीं देखिए पहले 3 जिहड़े लैटर है वो सेम है, और उस तो बाद है B, F और G। ये बनया होया की होया, A दे विच जे असीं +1 करांगे तो असीं पहुँचे B ते, B दे विच जे असीं +4 करांगे, क्योंकि B F का कितना हुंदा 6 हुंदा, B का 2 हुंदा, और G का कितना हुंदा 7। ये सानू पता है, ठीक है। ये नंबर असीं याद कीते होए है, पहला जे लास्ट लैक्चर दे विच तुहानूं याद करवाए होए बेटा सारे। तो इत्थे की होया, प्लस कितना होया 1 होया सी, इत्थे प्लस कितना होया 4 होया, फिर प्लस कितना होया 1 होया। अगे देखो पहले 3 लैटर सेम है B। अगले ऑप्शन दे विच जे देखिए उस तो बाद असीं C ते पहुँचे, 1 ऐड होया, बिल्कुल ठीक है। उस तो बाद फिर है G का कितना हुंदा 7, C का कितना हुंदा 3, ठीक है। इत्थे भी असीं 4 ऐड करके पहुँच गए। और अगे साडे कोले हैगा सी इत्थे H कितना हुंदा हैगा 8, तो 1 ऐड होया, बिल्कुल सही है। ये दोनों पहले ऑप्शन एक दूसरे नाल मैच कर रहे हैं। तो हुण असीं अगला भी देख लैंदे, अगे भी इत्थों देखोगे H, ये दोनों पहले लैटर सेम हैगे। उस तो बाद अगे I ते पहुँचे हैं, एक जोड़ के HI। फिर उस तो बाद M का हुंदा साडे कोले नंबर 13। मैं तुहानूं दस्सिया होया, मैं 13 बाई तू मेरा बाई, एक फिल्म आई सी, उत्थों याद रखो M13। I का हुंदा I 9। तो इत्थों साडे कोले देखो असीं कितना ऐड कीता, 9 च 4 जोड़िया तो 13 आ गया, और N का हुंदा 14, तो इत्थे 1 जुड़िया होया, बिल्कुल सही है। ये तीनों मैच कर रहे हैं। तो जिहड़ा बच गया बस फिर वो की हैगा अलग है, वो साडा की है आंसर है। जे चैक करना होवे तो उन्होंने भी कर लो। देखो D सेम है। उस तो बाद E 1 ऐड हो गया, बिल्कुल सही है। उस तो बाद है H का कितना हुंदा 8, E का कितना हुंदा 5 नंबर, तो इत्थे ऐड होया 3। बाकी सारिਆਂ ਦੇ ਵਿੱਚ ਇੱਥੇ कितना ऐड होया सीगा 4। तो ये एक गलती है बहुत वड्डी, इस करके यही साडा की है एग्जैक्ट आंसर है। ये बाकी 3 दे नालों की है अलग है। चौथे क्वेश्चन दे विच देखो बेटा की है 4 शब्द सानू दिते हुए है, इन्हां दे विचों जिहड़ा अलग है वो असीं दसना है। तो जे असीं ध्यान नाल देखते हैं, पहले जिहड़ा लैटर साडे कोले शब्द है इस दे विच तुसीं देखो जिहड़े वॉवल्स ने दोनों I और U वो स्मॉल लैटरज ने, स्मॉल लैटरज, ठीक है। उस तो बाद जे असीं इस नूं देखते हैं POKE नूं, इस दे विच भी 2 वॉवल ने O और E, वो भी की है स्मॉल लैटरज ने, ठीक है। इस दे विच भी E और O ने, अगले दे विच E और O, वो भी की है स्मॉल लैटरज। और जिहड़ा लास्ट साडे कोले शब्द हैगा PAGE, इस दे विच जिहड़े दोनों वॉवल है, एक वॉवल स्मॉल लैटरज दे विच और एक की है साडे कोले कैपीटल लैटरज दे विच। देखो A की है स्मॉल लैटरज और E की है कैपीटल वड्डे अखरां दे विच। तो इस करके ये जिहड़ा चौथा शब्द है अखर समूह है वो बाकियां दे नालों की है अलग है। तो ये जिहड़ा लॉजिक है वो बेटा यूज हो रहा। अगे चलते हैं नेक्स्ट क्वेश्चन। साडे कोले कुछ शब्द दिते हुए है, इन्हां दे विचों एक है जिहड़ा वो सी अलग है, वो देखना किहड़ा हैगा। देखो पहला की हैगा CCEE, फिर है GG और II, दो सेम है।
C ਕਿੰਨਵਾਂ ਨੰਬਰ ਹੁੰਦਾ? ਤੀਸਰਾ। E ਕਿੰਨਵਾਂ ਹੁੰਦਾ ਹੈਗਾ ਸਾਡੇ ਕੋਲੇ? ਪੰਜਵਾਂ। ਔਰ G ਹੁੰਦਾ ਸਾਡੇ ਕੋਲੇ ਸੱਤਵਾਂ। ਔਰ I ਕਿੰਨਾ ਹੁੰਦਾ? ਨੌਵਾਂ। ਪਹਿਲੀ ਗੱਲ ਤਾਂ ਦੇਖੋ 2 2 ਐਡ ਹੈ। 3 ਤੇ 2 5, 5 ਤੇ 2 7, 7 ਤੇ 2 9। ਅਗਲਾ ਜਿਹੜਾ ਸਾਡੇ ਕੋਲ ਸ਼ਬਦ ਹੈ ਇਸ ਦੇ ਵਿੱਚ ਹੀ ਹੈ ਉਹ ਹੈ D D, F F, H H ਔਰ L L। D ਦਾ ਜਿਹੜਾ ਨੰਬਰ ਹੈ ਉਹ 4, F ਦਾ 6, H ਦਾ 8 ਔਰ L ਦਾ ਹੁੰਦਾ 12। ਦੇਖੋ ਪਹਿਲਾਂ 2 ਐਡ ਹੋਇਆ, ਫਿਰ 2 ਐਡ ਹੋਇਆ, ਫਿਰ ਇੱਥੇ ਕਿੰਨਾ ਐਡ ਹੋਇਆ? 4। ਤਾਂ ਇੱਥੇ ਅਲੱਗ ਆ ਗਿਆ। ਪਹਿਲਾਂ ਵਾਲਿਆਂ ਦੇ ਵਿੱਚ ਕੁਐਸਚਨ ਦੇ ਵਿੱਚ ਸੀ ਸਾਡੇ ਕੋਲੇ 2 2 ਐਡ ਹੋਇਆ ਸੀ, ਇੱਥੇ ਡਿਫਰੈਂਟ ਆ ਗਿਆ। ਹੁਣ ਆਪਾਂ ਇੱਕ ਹੋਰ ਚੈੱਕ ਕਰ ਲੈਣੇ, ਤੀਸਰਾ ਪਤਾ ਲੱਗ ਜੂ ਇਹਨਾਂ ਦੇ ਵਿੱਚੋਂ ਵੱਖਰਾ ਕਿਹੜਾ ਹੈਗਾ। ਉਹ ਹੈ ਦੇਖੋ M M, O O, Q Q ਔਰ ਉਸ ਤੋਂ ਬਾਅਦ S ਔਰ S। ਤਾਂ ਦੇਖੋ S ਦਾ ਤਾਂ ਸਾਨੂੰ ਪਤਾ ਹੀ ਹੈ 19 ਹੁੰਦਾ ਹੈਗਾ, ਇਹਨੂੰ ਵੀ ਯਾਦ ਰੱਖੋ। M ਦਾ ਮੈਂ ਤੇਰਾ ਬਾਈ ਤੂੰ ਮੇਰਾ ਬਾਈ, ਇਹਦਾ 13 ਹੁੰਦਾ। ਜੋ T ਦੇ ਵਿੱਚ ਉਹ ਸਾਡੇ ਕੋਲੇ O ਦਾ ਹੁੰਦਾ ਸਾਡੇ ਕੋਲੇ 15 ਔਰ Q ਦਾ ਸਾਡੇ ਕੋਲੇ ਹੁੰਦਾ ਹੈਗਾ 17। ਠੀਕ ਹੈ, ਤਾਂ ਬਿਲਕੁਲ ਹੀ ਆਸਾਨ ਹੈ। 2 ਇੱਥੇ ਐਡ ਹੋਏ, 2 ਇੱਥੇ ਐਡ ਹੋਏ, ਦੇਖੋ 2 ਫਿਰ ਇੱਥੇ ਐਡ ਹੋਏ, ਤਾਂ ਬਿਲਕੁਲ ਪਹਿਲੇ ਨਾਲ ਇਹ ਮੈਚ ਕਰ ਗਿਆ। ਇਹ ਦੋਨੋਂ ਇੱਕ ਗਰੁੱਪ ਦੇ ਬੰਦੇ ਹੈ, ਇੱਕੋ ਗਰੁੱਪ ਨੂੰ ਸੰਬੰਧ ਰੱਖਦੇ ਹੈ। ਤਾਂ ਆਹ ਸਾਡੇ ਕੋਲ ਜਿਹੜਾ ਬਚ ਗਿਆ D ਵਾਲਾ, ਇਹ ਇਹਨਾਂ ਨਾਲੋਂ ਅਲੱਗ ਹੈ। ਤਾਂ ਇਹ ਸਾਡਾ ਕੀ ਹੈਗਾ? ਰਾਈਟ ਆਨਸਰ। ਠੀਕ ਹੈ ਬੇਟਾ। ਅਗਲਾ ਕੁਐਸਚਨ ਦੇਖੋ, 6th ਕੁਐਸਚਨ ਦੇ ਵਿੱਚ ਸਾਨੂੰ ਸ਼ਬਦ ਦਿੱਤੇ ਹੋਏ ਦੇਖੋ ਐਪਲ, ਫਿਰ ਹੈ ਸਾਡੇ ਕੋਲੇ ਗ੍ਰੇਪਸ, ਉਸ ਤੋਂ ਬਾਅਦ ਹੈ ਪੀਅਰਜ, ਫਿਰ ਹੈ ਪਾਈਨਜ। ਤਾਂ ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਲੈਟਰ ਹੈਗਾ ਗ੍ਰੇਪ, ਪੀਅਰਜ, ਪਾਈਨਜ ਔਰ ਐਪਲ, ਇਹਨਾਂ ਦੇ ਵਿੱਚੋਂ ਕਿਹੜਾ ਸਾਡਾ ਵਰਡ ਹੈ ਜਿਹੜਾ ਉਹ ਅਲੱਗ ਹੈ? ਤਾਂ ਧਿਆਨ ਨਾਲ ਜੇ ਅਸੀਂ ਦੇਖੀਏ, ਐਪਲ ਹੈ ਜਿਹੜਾ ਉਹ ਸਟਾਰਟ ਵੀ ਵੋਵਲ ਤੋਂ ਹੋ ਰਿਹਾ ਹੈ ਔਰ ਐਂਡ ਵੀ ਉਸਦਾ ਕਿਸੇ ਨਾਲ ਹੋ ਰਿਹਾ ਹੈਗਾ ਵੋਵਲ ਨਾਲ। ਇਹ ਸਾਰੇ ਦੇ ਸਾਰਿਆਂ ਦੇ ਵਿੱਚ ਜੇ ਅਸੀਂ ਧਿਆਨ ਨਾਲ ਦੇਖਦੇ ਹਾਂ ਤਾਂ ਐਪਲ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਸਟਾਰਟਿੰਗ ਵੀ ਵੋਵਲ ਨਾਲ ਔਰ ਐਂਡਿੰਗ ਵੀ ਕਿਸ ਦੇ ਨਾਲ ਹੈ? ਵੋਵਲ ਨਾਲ ਹੈ। ਤਾਂ ਇਹੀ ਇਸ ਦੇ ਵਿੱਚ ਇੱਕ ਵਿਸ਼ੇਸ਼ਤਾ ਵੱਖਰੀ ਜੀ ਹੈ। ਤਾਂ ਇਹੀ ਸਾਡਾ ਕੀ ਹੈਗਾ? ਆਨਸਰ ਹੈ। ਤਾਂ ਅੱਗੇ ਚੱਲਦੇ ਹਾਂ ਜੀ, ਨੈਕਸਟ ਕੁਐਸਚਨ। 7th ਕੁਐਸਚਨ ਦੇ ਵਿੱਚ ਦੇਖੋ ਕੀ ਹੈ, ਸਾਨੂੰ ਸ਼ਬਦ ਦਿੱਤੇ ਹੋਏ ਹੈ NSW, X, ਫਿਰ ਉਸ ਤੋਂ ਬਾਅਦ ਹੈ K, ਫਿਰ P, ਫਿਰ SU। ਇਸ ਤਰ੍ਹਾਂ ਸਾਨੂੰ 4 ਸ਼ਬਦ ਜਿਹੜੇ ਦਿੱਤੇ ਹੋਏ ਹੈ, ਇਹਨਾਂ ਦੇ ਵਿੱਚ ਦੱਸਣਾ ਅਸੀਂ ਜਿਹੜਾ ਵੱਖਰਾ ਹੈ ਉਹ ਕਿਹੜਾ ਹੈਗਾ। ਤਾਂ NSW, NS ਔਰ W ਔਰ ਉਸ ਤੋਂ ਬਾਅਦ ਹੈ X, ਫਿਰ ਹੈ KPS ਔਰ ਫਿਰ ਹੈ U। ਜੇ ਅਸੀਂ ਲਾਸਟ ਨੂੰ ਧਿਆਨ ਵੱਖਰਾ ਕਰਕੇ ਦੇਖੀਏ ਨਾ, ਕਿਉਂ? ਮੈਂ ਤੁਹਾਨੂੰ ਇੱਕ ਵਾਰ ਲਿਖ ਲਈਏ, ਮੈਂ ਤੁਹਾਨੂੰ ਇਹਨੂੰ ਐਕਸਪਲੇਨ ਕਰਦਾ। EJN ਔਰ O, ਤਾਂ ਇਹਨਾਂ ਦੇ ਵਿੱਚ ਦੇਖੋ 2 ਦਾ ਗੈਪ ਹੈ। W ਤੋਂ ਬਾਅਦ ਕੀ ਹੁੰਦਾ ਹੈਗਾ? ਦੇਖੋ W ਦੇ ਵਿੱਚ ਅਸੀਂ 1 ਐਡ ਕੀਤਾ, 1 ਦਾ ਗੈਪ ਹੈ। ਔਰ U ਦੇ ਵਿੱਚ ਕਿੰਨਾ ਐਡ ਕਰ ਰਹੇ ਹਾਂ ਆਪਾਂ? ਦੇਖੋ 2। S ਦਾ 18 ਹੁੰਦਾ ਨਾ, S ਦਾ ਕਿੰਨਾ, ਸੌਰੀ S ਦਾ 19 ਹੁੰਦਾ ਔਰ U ਦਾ ਕਿੰਨਾ ਹੁੰਦਾ? 21। ਤਾਂ ਇਸ ਕਰਕੇ 2 ਦਾ ਗੈਪ ਹੈ ਇੱਥੇ। S ਤੋਂ ਬਾਅਦ ਆਊਗਾ STU, ਤਾਂ T ਜਾਨੀ ਵਿੱਚੋਂ ਮਿਸ ਹੈ, ਤਾਂ 2 ਦਾ ਗੈਪ ਹੈ। ਇੱਥੇ ਕਿੰਨੇ ਦਾ ਗੈਪ ਹੈ? U ਤੋਂ ਬਾਅਦ R, PQR ਹੀ ਹੁੰਦਾ ਹੈਗਾ, 1 ਦਾ 1 ਐਡ ਕਰਕੇ ਪਹੁੰਚੇ ਹਾਂ। ਉਸ ਤੋਂ ਬਾਅਦ NO, ਇੱਥੇ ਵੀ 1 ਐਡ ਹੋਇਆ। ਤਾਂ ਇਹਦੇ ਵਿੱਚ ਦੇਖੋਗੇ ਤੁਸੀਂ, ਸੈਕਿੰਡ ਦੇ ਵਿੱਚ ਦੇਖੋਗੇ ਨਾ, ਇਹਦੇ ਵਿੱਚ ਜਿਹੜਾ ਲਾਸਟ ਸਾਡੇ ਕੋਲੇ 2 ਲੈਟਰ ਹੈਗੇ ਉਹਨਾਂ ਦੇ ਵਿੱਚ ਚੇਂਜ ਹੈਗਾ। ਬਾਕੀ ਸਾਰਿਆਂ ਦੇ ਵਿੱਚ +1 ਹੋ ਰਿਹਾ, ਇਹਦੇ ਵਿੱਚ +2 ਹੋ ਰਿਹਾ। ਤਾਂ ਇਹ ਇਹਦਾ ਕੀ ਹੈਗਾ? ਰਾਈਟ ਆਨਸਰ ਹੈ। ਇਹਨਾਂ ਨਾਲੋਂ ਕੀ ਹੈਗਾ? ਬਾਕੀਆਂ ਨਾਲੋਂ ਡਿਫਰੈਂਟ ਹੈਗਾ। ਅੱਗੇ ਚੱਲਦੇ ਹਾਂ ਜੀ, ਅਗਲਾ ਕੁਐਸਚਨ ਦੇਖੋ। PKSOV ਪਹਿਲਾ ਸ਼ਬਦ ਸਾਨੂੰ ਦਿੱਤਾ ਹੋਇਆ, ਦੂਸਰਾ ਦਿੱਤਾ ਹੋਇਆ ਦੇਖੋ, ਤੀਸਰਾ, ਚੌਥਾ। 4 ਦੇ ਵਿੱਚ ਜਿਹੜਾ ਡਿਫਰੈਂਟ ਹੈ ਉਹ ਅਸੀਂ ਦੇਖਣਾ। ਤਾਂ ਇਹ ਬਹੁਤ ਹੀ ਟਫ ਕੁਐਸਚਨ ਹੈ ਬੇਟਾ। ਇਹਦੇ ਉੱਤੇ ਨਾ ਇੱਕੋ ਹੀ ਰੂਲ ਲੱਗਦਾ ਹੈਗਾ, ਥੋੜ੍ਹਾ ਜਿਹਾ ਵੱਖਰਾ ਜਿਹਾ ਕੁਐਸਚਨ ਹੈ ਇਹ। ਤਾਂ ਇਸ ਨੂੰ ਆਪਾਂ ਕਰਦੇ ਹਾਂ। ਪਹਿਲਾਂ ਦੇਖੋ ਕੀ ਹੈ, PKSO ਔਰ V। P ਦਾ ਜਿਹੜਾ ਸਾਡੇ ਕੋਲੇ ਨੰਬਰ ਹੁੰਦਾ ਉਹ ਹੁੰਦਾ 16, K ਦਾ 11, S ਦਾ ਹੁੰਦਾ 19, O ਦਾ 15, V ਦਾ 22। ਜੇ ਇਹਨਾਂ ਸਾਰਿਆਂ ਨੂੰ ਅਸੀਂ ਐਡ ਕਰਾਂਗੇ ਤਾਂ ਉਹ ਆਊਗਾ ਸਾਡੇ ਕੋਲ 63। ਉਸ ਤੋਂ ਬਾਅਦ 6 ਔਰ 3 ਨੂੰ ਐਡ ਕਰਾਂਗੇ ਤਾਂ ਉਹ ਕਿੰਨਾ ਆਊਗਾ ਸਾਡੇ ਕੋਲ? 9। ਇਸੇ ਤਰ੍ਹਾਂ ਅੱਗੇ ਹੈ HPKTN। ਇਹਦੇ ਜਿਹੜੇ ਸਾਡੇ ਕੋਲੇ ਨੰਬਰ ਹੈ, H ਦਾ ਦੇਖੋ ਕਿੰਨਾ ਹੁੰਦਾ? 8, P ਦਾ 16,
K ਦਾ 11, T ਦਾ 20, N ਦਾ 14। ਇਹਨਾਂ ਨੂੰ ਜੇ ਅਸੀਂ ਐਡ ਕਰਾਂਗੇ ਉਹ ਬਣ ਗਿਆ 6 9। ਫਿਰ 6 ਔਰ 9 ਨੂੰ ਅਸੀਂ ਐਡ ਕਰਾਂਗੇ, ਕਿੰਨਾ ਬਣ ਗਿਆ ਸਾਡੇ ਕੋਲੇ 15। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਅੱਗੇ ਸਾਡੇ ਕੋਲੇ ਹੈਗਾ ARDUG। A ਦਾ ਜਿਹੜਾ ਨੰਬਰ ਹੁੰਦਾ ਉਹ ਹੁੰਦਾ 1, R ਦਾ 18, D ਦਾ 4 ਔਰ ਉਸ ਤੋਂ ਬਾਅਦ U ਦਾ ਹੁੰਦਾ 21, G ਦਾ 7। ਇਹਨਾਂ ਨੂੰ ਜੋੜਾਂਗੇ ਆ ਗਿਆ 51 ਔਰ 5 ਤੇ 1 ਨੂੰ ਫਿਰ ਜੋੜਿਆ, ਕਿੰਨਾ ਆ ਗਿਆ 6। ਅੱਗੇ ਚੱਲਦੇ ਹਾਂ। ਲਾਸਟ ਆਪਸ਼ਨ ਹੈ ਜਿਹੜਾ JTMXP। J ਦਾ ਜਿਹੜਾ ਨੰਬਰ ਹੁੰਦਾ ਉਹ ਹੁੰਦਾ 10, T ਦਾ 20, M ਦਾ ਹੁੰਦਾ 13 ਔਰ X ਦਾ ਸਾਡੇ ਕੋਲੇ ਹੁੰਦਾ ਹੈਗਾ 24 ਔਰ P ਦਾ 16। ਇਹਨਾਂ ਨੂੰ ਜੋੜਿਆ, ਇਹ ਬਣ ਗਿਆ 83 ਔਰ 8 ਤੇ ਉਹ 3 ਨੂੰ ਫਿਰ ਐਡ ਕੀਤਾ, ਕਿੰਨਾ ਆ ਗਿਆ 11। ਤਾਂ ਤੁਸੀਂ ਦੇਖੋ ਸਿਰਫ ਇਹਨੂੰ ਛੱਡ ਕੇ ਤੀਸਰੇ ਨੂੰ, ਆਹ ਔਡ ਹੈ ਸਾਡੇ ਕੋਲੇ, ਵਿਖਮ ਸੰਖਿਆ, ਇਹ ਵੀ ਸਾਡੇ ਕੋਲੇ ਔਡ ਹੈ ਜਿਹਨੂੰ ਅਸੀਂ ਟਾਂਕ ਸੰਖਿਆ ਕਹਿੰਦੇ ਹਾਂ, ਇਹ ਵੀ ਸਾਡੇ ਕੋਲੇ ਔਡ ਹੈ। ਇਹ ਟਾਂਕ ਸੰਖਿਆ ਮੈਂ ਆ ਸਾਡੇ ਕੋਲੇ ਈਵਨ ਨੰਬਰ ਹੈ, ਯਾਨੀ ਜਿਸਤ ਹੈ। ਤਾਂ ਇਹ ਇਹਨਾਂ ਨਾਲੋਂ ਬਾਕੀਆਂ ਨਾਲੋਂ ਕੀ ਹੈ, ਅਲੱਗ ਹੈ। ਇਹ ਹੀ ਸਾਡਾ ਕੀ ਹੈਗਾ ਰਾਈਟ ਆਨਸਰ ਹੈ। ਇਹ ਥੋੜ੍ਹਾ ਜਿਹਾ ਟਫ ਕੁਐਸਚਨ ਸੀ ਬੇਟਾ। ਇਹ ਸਾਡੀ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਜਿਹੜੀ ਬੁੱਕ ਇਸ਼ੂ ਕੀਤੀ ਹੋਈ ਹੈ NTSC ਦੀ, ਉਹਦੇ ਉੱਪਰ ਇਹ ਕੁਐਸਚਨ ਦਿੱਤਾ ਹੋਇਆ ਤੁਹਾਨੂੰ। ਤਾਂ ਉਹਦਾ ਜਿਹੜਾ ਆਪਸ਼ਨ ਹੈ ਉਹ 3rd ਆਪਸ਼ਨ ਦਿੱਤਾ ਹੋਇਆ, ਤਾਂ ਉਹਦੇ ਦੇ ਉੱਪਰ ਇਹੀ ਲੌਜਿਕ ਲੱਗਦਾ ਹੈ, ਬਾਕੀ ਹੋਰ ਕੋਈ ਲੌਜਿਕ ਨਹੀਂ ਲੱਗਦਾ। ਤਾਂ ਅੱਗੇ ਚੱਲਦੇ ਹਾਂ ਜੀ। 9th ਕੁਐਸਚਨ ਦੇ ਵਿੱਚ ਦੇਖੋ ਕੀ ਹੈ, ਆਸਾਨ ਜੇ ਸਾਨੂੰ 4 ਸ਼ਬਦ ਦਿੱਤੇ ਹੋਏ ਹੈ। ਇਹਨਾਂ ਦੇ ਵਿੱਚ ਜਿਹੜਾ ਅਲੱਗ ਹੈ ਉਹ ਦੱਸਣਾ ਹੈ ਅਸੀਂ। ਬਿਲਕੁਲ ਹੀ ਆਸਾਨ ਹੈ। EGL ਹੈ ਪਹਿਲਾਂ। E ਦਾ ਨੰਬਰ ਸਾਨੂੰ ਪਤਾ 5 ਹੁੰਦਾ, G ਦਾ 7, L ਦਾ ਕਿੰਨਾ ਹੁੰਦਾ 12। ਤਾਂ ਦੇਖੋ ਪਹਿਲਾਂ ਕੀ ਹੋਇਆ, 2 ਐਡ ਹੋਏ, ਉਸ ਤੋਂ ਬਾਅਦ ਕਿੰਨੇ ਐਡ ਹੋਏ 5। ਤਾਂ ਉਸ ਤੋਂ ਬਾਅਦ ਹੈ OST। O ਦਾ ਕਿੰਨਾ ਹੁੰਦਾ ਨੰਬਰ ਬੇਟਾ, O ਦਾ ਹੁੰਦਾ ਹੈਗਾ 15। ਠੀਕ ਹੈ। S ਦਾ 19, T ਦਾ 20। ਤਾਂ ਇੱਥੇ ਦੇਖੋ ਕਿੰਨੇ ਐਡ ਹੋਏ 4, ਫਿਰ ਕਿੰਨੇ ਐਡ ਹੋਏ 1। ਠੀਕ ਹੈ। ਅੱਗੇ ਚੱਲਦੇ ਹਾਂ, ਅਗਲਾ ਦੇਖਦੇ ਹਾਂ ਕੁਐਸਚਨ ਆਪਾਂ। ਫਿਰ ਹੈ GK ਔਰ N। G ਦੇ ਵਿੱਚ ਅਸੀਂ ਦੇਖਾਂਗੇ G ਦਾ ਨੰਬਰ ਹੁੰਦਾ 7, K ਦਾ 11 ਔਰ N ਦਾ ਹੁੰਦਾ 14। ਠੀਕ ਹੈ। ਪਹਿਲਾਂ ਕੀ ਹੋਇਆ ਸਾਡੇ ਕੋਲ, ਦੇਖੋ ਕਿੰਨੇ ਐਡ ਹੋਏ 4, 7 11, ਫਿਰ ਕਿੰਨੇ ਐਡ ਹੋਏ 3, 11 3 ਕਿੰਨੇ ਹੁੰਦੇ 14। ਅੱਗੇ ਆ PSB। P ਦਾ ਕਿੰਨਾ ਹੁੰਦਾ ਨੰਬਰ, P ਦਾ ਹੁੰਦਾ 16 OP ਔਰ S ਦਾ 19 ਔਰ ਇੱਥੇ V ਦਾ ਹੁੰਦਾ ਹੈਗਾ 22। ਤਾਂ ਇੱਥੇ ਕਿੰਨੇ ਐਡ ਹੋਏ ਦੇਖੋ 3, ਫਿਰ ਇੱਥੇ ਕਿੰਨੇ ਐਡ ਹੋਏ 19 ਤੇ 3 22। ਹੁਣ ਕੀ ਹੋਇਆ, ਧਿਆਨ ਨਾਲ ਜੇ ਅਸੀਂ ਦੇਖਦੇ ਹਾਂ ਤਾਂ ਜਿਹੜਾ ਲਾਸਟ ਵਨ ਹੈ ਉਸ ਦੇ ਵਿੱਚ ਦੋਨੋਂ ਵਾਰ ਸੇਮ ਨੰਬਰ ਐਡ ਹੋ ਰਿਹਾ 3 3। ਬਾਕੀਆਂ ਦੇ ਵਿੱਚ ਕੀ ਸੀ, ਦੇਖੋ ਪਹਿਲਾਂ 2 ਐਡ ਹੋਇਆ, ਫਿਰ 5 ਐਡ ਹੋਇਆ। ਇੱਥੇ ਕੀ ਸੀ, ਪਹਿਲਾਂ 4 ਐਡ ਹੋਇਆ, ਫਿਰ 1 ਐਡ ਹੋਇਆ। ਇੱਥੇ 4 ਫਿਰ 3, ਯਾਨੀ ਡਿਫਰੈਂਟ ਨੰਬਰ ਐਡ ਹੋ ਰਿਹਾ ਦੋਨਾਂ 'ਚ। ਪਰ ਇਹ ਜਿਹੜਾ ਸਾਡੇ ਕੋਲੇ ਸੀਗਾ, ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਚੌਥਾ ਆਪਸ਼ਨ, ਦੋਨੋਂ ਵਾਰ ਜਿਹੜਾ ਨੰਬਰ ਹੈ ਉਹ ਸੇਮ ਐਡ ਹੋ ਰਿਹਾ। ਤਾਂ ਇਹ ਬਾਕੀਆਂ ਦੇ ਨਾਲੋਂ ਕੀ ਹੈ, ਅਲੱਗ ਹੈ। ਤਾਂ ਇਹੀ ਸਾਡਾ ਕੀ ਹੈ ਰਾਈਟ ਆਨਸਰ ਹੈ। ਤਾਂ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ। 10th ਕੁਐਸਚਨ ਦੇ ਵਿੱਚ ਸਾਨੂੰ ਸ਼ਬਦ 4 ਦਿੱਤੇ ਹੋਏ ਹੈ, RUVW ਤਾਂ RUVZ। ਤਾਂ ਇਸੇ ਤਰ੍ਹਾਂ ਸਾਡੇ ਕੋਲ 3 ਆਪਸ਼ਨ ਹੋਰ ਹੈਗੇ, ਆਪਾਂ ਦੇਖਣਾ ਵੱਖਰਾ ਕਿਹੜਾ। ਤਾਂ ਆਪਾਂ ਦੇਖਦੇ ਹਾਂ। ਦੇਖੋ ਜੇ ਤੁਸੀਂ ਧਿਆਨ ਨਾਲ ਬੇਟਾ ਦੇਖੋ, ਸਾਰੇ ਸ਼ਬਦਾਂ ਦੇ ਵਿੱਚ ਜਿਹੜੇ ਵਿਚਕਾਰਲੇ 2 ਹੈ ਉਹ ਕੰਟੀਨਿਊਸ ਹੈ। ਉਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਲਿਖ ਲੈਂਦੇ ਹਾਂ, 1 ਮਿੰਟ, RUV ਔਰ Z। ਇਹ ਤਾਂ ਦੋਨੋਂ ਕੰਟੀਨਿਊਸ ਹੀ ਲਿਖ ਲਏ ਮੈਂ। ਤਾਂ ਕੀ ਹੋਇਆ, ਸਭ ਤੋਂ ਪਹਿਲਾਂ R ਸਾਡੇ ਤੋਂ ਆਪਾਂ ਜਦੋਂ U ਤੇ ਪਹੁੰਚੇ, R ਦਾ ਨੰਬਰ ਕਿੰਨਾ ਹੁੰਦਾ, R ਦਾ ਸਾਡੇ ਕੋਲੇ ਨੰਬਰ ਹੁੰਦਾ ਹੈਗਾ 18, U ਦਾ ਹੁੰਦਾ 21। ਤਾਂ ਕਿੰਨਾ ਐਡ ਹੋਇਆ 3 ਔਰ B ਦਾ ਹੁੰਦਾ 22 ਔਰ ਉਸ ਤੋਂ ਬਾਅਦ Z ਦਾ ਹੁੰਦਾ 26। ਤਾਂ ਇੱਥੇ ਕਿੰਨਾ ਐਡ ਹੋਇਆ 4, 22 ਤੇ 4 26। ਅਗਲਾ ਦੇਖਦੇ ਆਪਾਂ D G H ਔਰ L। D ਦਾ ਕਿੰਨਾ ਹੁੰਦਾ 4, G 7, H 8, L 12। ਤਾਂ ਇੱਥੇ ਦੇਖੋ 3 ਇੱਥੇ ਐਡ ਹੋਏ, ਸਹੀ ਹੈ, ਔਰ 4 ਇੱਥੇ। ਪਹਿਲਾਂ ਵਾਲਾ ਰੂਲ ਹੀ ਲੱਗ ਗਿਆ। ਠੀਕ ਹੈ। ਉੱਪਰ ਉੱਤੇ ਦੋਨੋਂ ਤਾਂ ਸੇਮ ਹੈ, ਇਹ ਦੋਨੋਂ ਇੱਕੋ ਹੀ ਸ਼੍ਰੇਣੀ ਦੇ ਹੈ। ਅੱਗੇ ਦੇਖਦੇ ਹਾਂ JMN ਔਰ ਉਸ ਤੋਂ ਬਾਅਦ ਹੈ Q।
ਜੇ ਦਾ ਜਿਹੜਾ ਨੰਬਰ ਹੁੰਦਾ 10 ਹੁੰਦਾ, M ਦਾ 13 ਔਰ N ਦਾ 14। ਉਸ ਤੋਂ ਬਾਅਦ ਹੈ Q ਦਾ ਹੁੰਦਾ 17। ਤਾਂ ਇੱਥੇ ਵੀ ਦੇਖੋ 3 ਐਡ ਹੋਇਆ, ਸਹੀ ਹੈ। ਸੌਰੀ ਸਹੀ ਨਹੀਂ ਹੈਗਾ, ਇੱਥੇ ਦੇਖੋ 3 ਐਡ ਹੋਇਆ, ਇਹ ਸਾਨੂੰ ਅਲੱਗ ਮਿਲ ਗਿਆ। ਇਹੀ ਸਾਡਾ ਆਨਸਰ ਹੈ। Q ਦਾ ਦੇਖੋ 17 ਸੀ ਨਾ, 14 ਦੇ ਵਿੱਚ 3 ਜੋੜੇ 17 ਆ ਗਿਆ, 10 ਦੇ ਵਿੱਚ 3 ਜੋੜੇ 13 ਆ ਗਿਆ। ਤਾਂ ਇੱਥੇ ਸਾਨੂੰ ਕੀ ਮਿਲ ਰਿਹਾ ਹੈਗਾ, ਡਿਫਰੈਂਟ ਸਾਨੂੰ ਮਿਲ ਰਿਹਾ ਹੈਗਾ ਪਹਿਲਾਂ ਨਾਲੋਂ, ਕਿਉਂਕਿ ਪਹਿਲਾਂ 3 ਐਡ ਹੋ ਰਹੇ ਆ, ਫਿਰ 4 ਹੋਣੇ ਚਾਹੀਦੇ ਸੀ, ਤਾਂ ਇੱਥੇ ਨਹੀਂ ਹੋ ਰਹੇ। ਤਾਂ ਅਗਲਾ ਆਪਸ਼ਨ ਸਾਨੂੰ ਚੈੱਕ ਕਰਨ ਦੀ ਜ਼ਰੂਰਤ ਨਹੀਂ, ਸਾਨੂੰ ਜਿਹੜਾ ਔਡ ਵਨ ਸੀ ਉਹ ਮਿਲ ਗਿਆ। ਤੇ ਇਹੀ ਸਾਡਾ ਕੀ ਹੈ, ਰਾਈਟ ਆਨਸਰ ਹੈ। ਅੱਗੇ ਚੱਲਦੇ ਹਾਂ ਜੀ। ਅਗਲਾ ਕੁਐਸਚਨ ਦੇਖੋ, ਮੰਡੇ, ਟਿਊਜ਼ਡੇ, ਥਰਸਡੇ, ਵੈਡਨਸਡੇ, ਇਹ ਇੱਕੋ ਹਫਤੇ ਦੇ, ਇੱਕੋ ਵੀਕ ਦੇ ਦਿਨਾਂ ਦੇ ਨਾਮ ਦਿੱਤੇ ਹੋਏ ਹੈ। ਤਾਂ ਇਹਨਾਂ ਦੇ ਵਿੱਚੋਂ ਕਿਹੜਾ ਡਿਫਰੈਂਟ ਹੋਊਗਾ? ਤਾਂ ਜੇ ਅਸੀਂ ਹੁਣ ਅਲਫਾਬੈਟਸ ਜੇ ਗਿਣੀਏ ਇਹਨਾਂ ਵਿੱਚ, ਤਾਂ ਕਿਸੇ ਦੇ ਵਿੱਚ ਕਿੰਨੇ ਆ, ਕਿਸੇ ਦੇ ਵਿੱਚ ਕਿੰਨੇ ਆ, ਉਹਦੇ ਨਾਲ ਸਾਨੂੰ ਐਗਜੈਕਟ ਨਹੀਂ ਪਤਾ ਚੱਲ ਰਿਹਾ। ਤਾਂ ਜੇ ਤੁਸੀਂ ਮੰਡੇ ਨੂੰ ਬੇਟਾ ਧਿਆਨ ਨਾਲ ਦੇਖੋ, ਮੰਡੇ ਦੇ ਵਿੱਚ ਕੀ ਹੈਗਾ, 2 ਵੋਵਲਸ ਨੇ। ਮੰਡੇ ਦੇ ਵਿੱਚ 2 ਵੋਵਲਸ ਨੇ, ਕਿਹੜੇ? O ਔਰ A। ਇਹਦੇ ਵਿੱਚ ਸਾਡੇ ਕੋਲ 2 ਵੋਵਲਸ ਨੇ, 2 ਵੋਵਲਸ ਮੰਡੇ ਦੇ ਵਿੱਚ। ਜੇ ਅਸੀਂ ਟਿਊਜ਼ਡੇ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਵੀ 2 ਵੋਵਲਸ ਨੇ, ਦੇਖੋ E ਔਰ A। ਜੇ ਅਸੀਂ ਥਰਸਡੇ ਨੂੰ ਦੇਖਦੇ ਹਾਂ, ਥਰਡ ਆਪਸ਼ਨ ਨੂੰ, ਤਾਂ ਇਸ ਦੇ ਵਿੱਚ ਵੀ 2 ਵੋਵਲਸ ਨੇ, ਕਿਹੜੇ? ਦੇਖੋ A ਹੈ ਔਰ U ਹੈ। ਔਰ ਜੇ ਅਸੀਂ ਵੈਡਨਸਡੇ ਦੀ ਗੱਲ ਕਰਦੇ ਹਾਂ ਤਾਂ ਇਹ ਇਕੱਲਾ ਹੀ ਇਸ ਤਰ੍ਹਾਂ ਦਾ ਸ਼ਬਦ ਹੈ ਬੇਟਾ ਜਿਸ ਦੇ ਵਿੱਚ 3 ਵੋਵਲ ਨੇ, 2 ਵਾਰ E ਹੈ ਦੇਖੋ, 1 ਵਾਰ A ਹੈ। ਤਾਂ ਇਹ ਸਾਡਾ ਕੀ ਹੈ, ਰਾਈਟ ਆਨਸਰ ਹੈ। ਇਹ ਬਾਕੀਆਂ ਨਾਲੋਂ ਕੀ ਹੈ, ਡਿਫਰੈਂਟ ਹੈ। ਅੱਗੇ ਚੱਲਦੇ ਹਾਂ, ਨੈਕਸਟ ਕੁਐਸਚਨ। ਅੱਗੇ ਸਾਨੂੰ ਦਿੱਤਾ ਹੋਇਆ ਦੇਖੋ, ਬ੍ਰਦਰ ਤੋਂ ਇੱਕ ਸ਼ਬਦ ਬਣਾਇਆ ਹੋਇਆ, ਇਸੇ ਤਰ੍ਹਾਂ ਇੰਗਲਿਸ਼ ਤੋਂ, ਉਸ ਤੋਂ ਬਾਅਦ ਹੈ ਸਾਡੇ ਕੋਲੇ ਅਨਦਰ ਤੋਂ। ਤਾਂ ਇਹਨਾਂ ਦੇ ਵਿੱਚ ਕੀ ਰੂਲ ਲੱਗਿਆ ਹੋਇਆ ਉਹ ਆਪਾਂ ਚੈੱਕ ਕਰਦੇ ਹਾਂ, ਕਿਸ ਤਰੀਕੇ ਨਾਲ ਜਿਹੜੇ ਸ਼ਬਦ ਬਣੇ ਆ ਉਹ ਆਪਾਂ ਲਿਖਦੇ ਹਾਂ। ਸਭ ਤੋਂ ਪਹਿਲਾਂ ਦੇਖੋ ਕੀ ਆ, ਬ੍ਰਦਰ ਤੋਂ ਜਿਹੜਾ ਸ਼ਬਦ ਬਣਿਆ ਉਹ ਆਪਾਂ ਲਿਖਦੇ ਹਾਂ। ਬ੍ਰਦਰ ਤੋਂ ਜਿਹੜਾ ਸ਼ਬਦ ਬਣਿਆ ਉਹ ਹੈਗਾ DORVEHT। ਇਹ ਸ਼ਬਦ ਸਾਡੇ ਕੋਲੇ ਬਣਿਆ ਹੋਇਆ ਬ੍ਰਦਰ ਤੋਂ। ਔਰ ਆਪਾਂ ਬਣਾਇਆ ਕਿਵੇਂ, ਇਹਨੂੰ ਦੇਖੀਏ ਜੇ ਆਪਾਂ, R ਔਰ O ਹੈ ਜਿਹੜੇ ਉਹ ਆਪਸ ਦੇ ਵਿੱਚ ਇੰਟਰਚੇਂਜ ਹੋ ਗਏ। ਦੇਖੋ R ਇੱਥੇ ਚਲਾ ਗਿਆ, O ਇੱਥੇ ਆ ਗਿਆ। ਉਸ ਤੋਂ ਬਾਅਦ ਕੀ ਹੋਇਆ, B ਤੋਂ ਅਸੀਂ D ਬਣਾਇਆ, ਕੀ ਕੀਤਾ, +2 ਕੀਤਾ। T ਤੋਂ V ਬਣਿਆ, ਇਹ ਵੀ ਕਿਸ ਤਰ੍ਹਾਂ ਬਣਿਆ, +2 ਕੀਤਾ। ਠੀਕ ਹੈ, RSTU ਵੀ ਹੁੰਦਾ ਨਾ। H ਤੋਂ H ਔਰ E ਕੀ ਸੀ, ਆਪਸ ਦੇ ਵਿੱਚ ਚੇਂਜ ਹੋ ਗਏ। ਦੇਖੋ H ਇੱਥੇ ਆ ਗਿਆ, E ਇੱਥੇ ਆ ਗਿਆ, ਹੈ ਨਾ। ਔਰ R ਤੋਂ ਫਿਰ T ਬਣਿਆ, ਇਹ ਵੀ ਕਿਸ ਤਰ੍ਹਾਂ ਬੇਟਾ, 2 ਐਡ ਕਰਕੇ। ਤਾਂ ਇਹ ਰੂਲ ਇਹਦੇ ਉੱਪਰ ਲੱਗਿਆ ਹੋਇਆ, ਬ੍ਰਦਰ ਦੇ ਉੱਪਰ। ਹੁਣ ਆਪਾਂ ਜੇ ਇੰਗਲਿਸ਼ 'ਤੇ ਇਹੀ ਰੂਲ ਲਗਾ ਕੇ ਦੇਖੀਏ, ਇੰਗਲਿਸ਼ ਚੈੱਕ ਕਰਦੇ ਹਾਂ ਆਪਾਂ ਕਿ ਸੇਮ ਰੂਲ ਲੱਗਿਆ ਹੋਇਆ ਜਾਂ ਨਹੀਂ ਲੱਗਿਆ ਹੋਇਆ। ਠੀਕ ਹੈ, ਸਭ ਤੋਂ ਪਹਿਲਾਂ ਕੀ ਸੀ, E ਦੇ ਵਿੱਚ ਅਸੀਂ 2 ਐਡ ਕਰਨਾ ਹੈ, 2 ਸਟੈਪ ਅੱਗੇ ਜਾਣਾ ਹੈ। E ਤੋਂ ਬਾਅਦ ਕੀ ਆਊਗਾ, ਦੇਖੋ EFG ਆਏਗਾ, 2 ਐਡ ਕਰਕੇ ਕਿੰਨਾ ਆਏਗਾ, G। ਇਹ ਦੋਨੋਂ ਆਪਸ 'ਚ ਚੇਂਜ ਹੋਣੇ ਹੈ, ਇਹ ਦੋਨੋਂ ਆਪਸ ਦੇ ਵਿੱਚ ਚੇਂਜ ਹੋਣੇ, ਤੇ ਇਹ ਬਣ ਜਾਏਗਾ GN। ਠੀਕ ਹੈ, ਉਸ ਤੋਂ ਬਾਅਦ L ਦੇ ਵਿੱਚ ਜੇ ਅਸੀਂ 2 ਜੋੜਾਂਗੇ ਤਾਂ L ਤੋਂ ਬਾਅਦ 2 ਸ਼ਬਦ ਅੱਗੇ ਜਾਵਾਂਗੇ, JKLMN, ਤਾਂ ਕੀ ਆਊਗਾ, N। ਉਸ ਤੋਂ ਬਾਅਦ ਇਹ ਫੇਰ ਆਪਸ ਦੇ ਵਿੱਚ ਚੇਂਜ ਹੋਣਗੇ, S ਇੱਥੇ ਆ ਜਾਏਗਾ, I ਇੱਥੇ ਆ ਜਾਏਗਾ। H ਦਾ ਨੰਬਰ ਕਿੰਨਾ ਹੁੰਦਾ, 8 ਹੁੰਦਾ ਹੈ। ਇਸ ਤੋਂ 2 ਸਟੈਪ ਅੱਗੇ ਜਾਵਾਂਗੇ, 10 ਤੇ ਸਾਡੇ ਕੋਲ ਕੀ ਆ ਜਾਏਗਾ, J। 2 ਐਡ ਕਰਾਂਗੇ ਤਾਂ ਇਹ ਨੰਬਰ ਬਣਨਾ ਚਾਹੀਦਾ ਸੀ, ਤਾਂ ਬਣ ਰਿਹਾ ਦੇਖੋ GGNNSIJ। ਇਹ ਜਿਹੜਾ ਲੈਟਰ ਹੈ ਬਣਨਾ ਚਾਹੀਦੇ ਸੀਗੇ, ਉਹ ਬਣ ਰਹੇ ਆ ਸਾਡੇ ਕੋਲ ਸ਼ਬਦ ਸੀ। ਠੀਕ ਹੈ, ਅੱਗੇ ਹੁਣ ਆਪਾਂ ਇਹੀ ਰੂਲ ਲਾ ਕੇ ਦੇਖਦੇ ਹਾਂ ਅਨਦਰ ਦੇ ਉੱਪਰ। ਇਹ ਸਾਨੂੰ ਚੈੱਕ ਕਰਨਾ ਪਊਗਾ, ਜਦੋਂ ਸਾਨੂੰ ਡਿਫਰੈਂਟ ਮਿਲ ਗਿਆ ਅਸੀਂ ਉਦੋਂ ਰੁਕ ਜਾਵਾਂਗੇ। ਠੀਕ ਹੈ ਬੇਟਾ, ਸਭ ਤੋਂ ਪਹਿਲਾਂ A ਦੇ ਵਿੱਚ 2 ਐਡ ਕਰਾਂਗੇ, ਕਿੰਨਾ ਆਊਗਾ, C। ਠੀਕ ਹੈ, ਇਹ ਆਪਸ ਚੇਂਜ ਹੋਣਗੇ, O ਔਰ N। ਫਿਰ T ਦੇ ਵਿੱਚ 2 ਐਡ ਕਰਾਂਗੇ, T ਤੋਂ ਬਾਅਦ RSTUV ਆਏਗਾ, ਕਿੰਨਾ ਆਏਗਾ, UV। ਇਹ ਆਪਸ ਦੇ ਵਿੱਚ ਚੇਂਜ ਹੋਣਗੇ, E ਇੱਥੇ ਆ ਜਾਏਗਾ, H ਇੱਥੇ। R ਦੇ ਵਿੱਚ 2 ਅਸੀਂ ਐਡ ਕਰਾਂਗੇ ਤਾਂ ਸਾਡੇ ਕੋਲ ਮਿਲੇਗਾ RST। 2 ਐਡ ਕਰਨੇ, ਤਾਂ ਇਹ ਵੀ ਬਿਲਕੁਲ ਮੈਚ ਕਰ ਰਿਹਾ, ਦੇਖੋ ਸਹੀ ਆ ਰਿਹਾ।
ਹੁਣ ਆ गई वारी बैटवीन की, बैटवीन चौथा ऑप्शन असी चैक करन जा रहे हैं। जे सानू सेम मिलता है तो असी पंजवां चैक करांगे फिर, ठीक है। पहला बी तो 2 स्टैप असी अगे जावांगे, बी सी डी बन जाएगा 2 ऐड करके, इन्हां नूं असी आपस च इंटरचेंज करना, टी इत्थे आ जाएगा, ई इत्थे। डबल्यू दे विच भी असी 2 ऐड करांगे, तो डबल्यू दे विच जे असी 2 ऐड करते हैं तो ये बन जाएगा वाई। डबल्यू तो बाद असी एक्स छड्ड दांगे, की बन जाएगा वाई। ये दोनों आपस च इंटरचेंज होणगे, ई और एन दे विच जो असी 2 जोड़ांगे तो ये साडे कोले बन जाएगा पी। तो हुण इहनूं जो असीं ना मिलाउने आ, देखो बेटा इहदे नाल तो जिहड़ा जैड है इत्थे जैड आ रहेगा, की दिता होया सानूं जैड, पर बनना की चाहिदा सी वाई, तो यही इहदे विच गलत नंबर दिता होया। इस करके जिहड़ा चौथा ऑप्शन है ये साडे रूल नूं फॉलो नहीं कर रहा, यही साडा बेटा की हैगा राइट आंसर है। अगला बेटा जिहड़ा साडा क्वेश्चन है, देखो उस दे विच भी सानूं 4 शब्द दिते हुए है, अलग असीं देखना। देखो पहला की है साडे कोल सेफ्टी, उस तो जिहड़ा सानूं शब्द बनया होया, देखो मैं लिखिया होया एस दा जिहड़ा नंबर साडे कोल 18 हुंदा है और बी दा 21 हुंदा है, तो की होया 3 अगे गए, एस तो बाद टी यू वी 3 स्टैप अगे गए। इत्थे देखो ए दा नंबर 1 हुंदा है और वी दा हुंदा वाई दा साडे कोल हुंदा 25, तो इत्थे असीं 2 स्टैप पिछे आए। देखो इंग्लिश अल्फाबैट दे विच देखो जैड साडे कोले आपां लिखदे जो एक्स वाई जैड, उस तो बाद काउंटिंग दोबारा शुरू हो जाती है 1 तो। इत्थे देखो वाई का जिहड़ा नंबर 25 है, एक ए का कितना 1 है, तो 2 स्टैप असी पिछे आए, तो इत्थे कितना होया साडे कोले -2। इस तरह एफ का 6 हुंदा है, आई का 9 हुंदा है, फिर 3 ऐड होया, ई का 5 हुंदा है, सी का साडे कोले हुंदा हैगा 3, फिर 2 माइनस होया, यानी एक बार +3 हो रहा है, एक बार -2 हो रहा है, फिर +3 हो रहा है, फिर -2 हो रहा है, फिर +3 हो रहा है, फिर -2 हो रहा है। ये रूल इत्थे लग्या होया पहले शब्द के उपर। इस तरह बेटा जे तुसीं सैकेंड नूं चैक करोगे उत्थे भी यही रूल लग्या होया, इस तरह जो तुसीं थर्ड नूं चैक करोगे उत्थे भी सेम यही रूल लग्या होया। तो लास्ट जिहड़ा ऑप्शन साडे कोले बचिया होया हैल्थ, उत्थे ये रूल नहीं लग्या होया। किवें नहीं लग्या होया उहनूं आपां चैक कर लैंदे आं। पहले जिहड़े 3 है उसनूं बेटा तुसीं खुद चैक करके देखो ये रूल फॉलो हुंदा कि नहीं हुंदा। वैसे मैं चैक किया होया, ये रूल उत्थे फॉलो हो रहा है, इस करके एक बार तुसीं खुद चैक करिओ, नाले तुहाडी प्रैक्टिस हो जाएगी। तो हैल्थ दे विच देखो की है, पहला आपां नंबरिंग कर लैंदे आं। हैल्थ एच का नंबर कितना हुंदा साडे कोले 8, ई का 5, ए का 1, एल का साडे कोले हुंदा हैगा 12, टी का 20, एच का फिर कितना हुंदा 8। उस तो जिहड़ा शब्द बनया होया देखो के, फिर ई तो उस तो बाद हैगा सी, और उस तो बाद हैगा वाई, फिर हैगा जे, उस तो बाद है डबल्यू, और उस तो बाद है एच, तो बाद सानूं दिता हुआ एफ। तो देखो पहला जो 3 ऐड करांगे 8 ते 3 साडे कोले बन गया 11, 11 ते किंग्स 11 पंजाब के हुंदा बिल्कुल ठीक है। उस तो बाद की है असी 2 माइनस करांगे, तो सी का कितना हुंदा है 3 हुंदा है, बिल्कुल ठीक है। उस तो बाद असी +3 करना है, एक बार -2 हुंदा, एक बार +3। ए तो बाद जो असी +3 करांगे ए बी सी, तो की बनना चाहिए डी बनना चाहिए, की बनना चाहिए हैगा डी, पर इत्थे की बन रहा हैगा वाई बन रहा है, ये बिल्कुल गलत है। इस करके जिहड़ा ये लास्ट ऑप्शन है ये की है साडा राइट आंसर है, पहला वाले नालों की ये अलग है। तो अगे चलते हैं नैक्सट क्वेश्चन बेटा। उत्थे साडे कोले 4 शब्द वैसे ही पहलां दी तरह तुहानूं दिते हुए है, तो देखना हैगा किहड़ा साडे कोले इन्हां दे विचों अलग है। तो पहला जिहड़ा शब्द है साडे कोले देखो की है MAIDE और N, उस तो जिहड़ा शब्द बनया होया की है OYKB, फिर उस तो बाद है G, फिर L। M का देखो नंबर 13, A का 1, I का I 9 हुंदा, D का साडे कोले हुंदा ABCD 4, E का 5, N का 14, फिर O का 15, Y का असीं हुणी देखा सी अपने कोले कितना सी 25, और K का 11, फिर साडे कोले B का हुंदा नंबर 2, G का 7, L का 12। हुण देखो पहला की होया +2, फिर होया साडे कोले -2, ये पहला भी आया सी ए तो वाई ते आपां बैक गए सी लास्ट क्वेश्चन दे विच ही, फिर इत्थे +2 होया, इत्थे फिर -2 होया, इत्थे फिर +2 होया, इत्थे -2। तो पहले तो ये रूल लग्या होया।
ਸੈਕਿੰਡ ਤੇ ਜੇ ਅਸੀਂ ਚੈੱਕ ਕਰਦੇ ਹਾਂ, ਸੈਕਿੰਡ ਦੇ ਉੱਪਰ ਜੇ ਚੈੱਕ ਕਰਦੇ ਹਾਂ ਤਾਂ ਉੱਥੇ ਦੇਖੋ ਕੀ ਹੈ, ਅਦਰਜ ਦੇ ਉੱਪਰ ਵੀ ਇਹੀ ਰੂਲ ਲੱਗਿਆ ਹੋਇਆ। ਇੱਕ ਵਾਰ ਆਪਾਂ ਚੈੱਕ ਕਰ ਲੈਂਦੇ ਹਾਂ। ਅਦਰਜ, ਅਦਰਜ ਤੋਂ ਬਣਿਆ ਹੋਇਆ Q R J C T ਔਰ Q। ਦੇਖੋ ਇਹ ਸਾਡੇ ਕੋਲੇ ਪਹਿਲਾ ਸ਼ਬਦ O ਦਾ ਕਿੰਨਾ ਹੁੰਦਾ 15, Q ਦਾ ਹੁੰਦਾ ਸਾਡੇ ਕੋਲੇ 17। ਤਾਂ ਠੀਕ ਹੈ, 2 ਐਡ ਹੋਏ। ਫਿਰ T ਦਾ ਸਾਡੇ ਕੋਲ ਹੁੰਦਾ 20, R ਦਾ 18, ਠੀਕ ਹੈ, -2 ਹੋਇਆ। ਉਸ ਤੋਂ ਬਾਅਦ H ਦਾ 8, J ਦਾ 10, ਫਿਰ 2 ਐਡ ਹੋਇਆ, ਠੀਕ ਹੈ। E ਦਾ 5, C ਦਾ ਸਾਡੇ ਕੋਲ ਹੁੰਦਾ 3, 2 ਕੀ ਹੋਏ ਮਾਈਨਸ ਹੋਏ। R ਦਾ ਸਾਡੇ ਕੋਲੇ ਹੁਣੀ ਆਪਾਂ ਲਿਖਿਆ ਸੀ 18, T ਦਾ 20, ਫਿਰ 2 ਐਡ ਹੋਏ, ਬਿਲਕੁਲ ਸਹੀ ਹੈ। S ਦਾ ਸਾਡੇ ਕੋਲੇ ਨੰਬਰ ਹੁੰਦਾ ਹੈਗਾ 19 ਔਰ Q ਦਾ ਸਾਡੇ ਕੋਲ ਹੁੰਦਾ 17, 2 ਮਾਈਨਸ ਹੋਏ, ਬਿਲਕੁਲ ਠੀਕ। +2 -2 +2 -2 ਇਹ ਹੋ ਰਿਹਾ। ਸੈਕਿੰਡ ਦੇ ਰੂਲ ਵਿੱਚ ਵੀ ਇਹ ਰੂਲ ਲੱਗ ਰਿਹਾ ਹੈਗਾ। ਇੱਕ ਵਾਰ ਆਪਾਂ ਚੌਥੇ ਆਪਸ਼ਨ ਨੂੰ ਚੈੱਕ ਕਰਦੇ ਹਾਂ, ਪ੍ਰੋਫਿਟ, ਉਹਦੇ ਵਿੱਚ ਥੋੜ੍ਹਾ ਜਿਹਾ ਫਰਕ ਮੈਨੂੰ ਲੱਗ ਰਿਹਾ ਹੈਗਾ। ਇੱਕ ਮਿੰਟ, ਪ੍ਰੋਫਿਟ ਤੋਂ ਕੀ ਬਣਿਆ ਹੋਇਆ EY PIG ਔਰ P ਦਾ ਜਿਹੜਾ ਨੰਬਰ ਹੁੰਦਾ ਉਹ 16 ਹੁੰਦਾ। ਦੇਖੋ E ਦਾ ਕਿੰਨਾ ਹੁੰਦਾ 5। ਇੱਥੇ ਦੇਖੋ +2 ਕਰਦੇ ਤਾਂ ਸਾਡੇ ਕੋਲੇ 18 ਬਣਨਾ ਚਾਹੀਦਾ ਸੀ, ਜਿਹੜਾ ਕੀ ਬਣੂਗਾ R, ਕੀ ਬਣੂਗਾ ਸਾਡੇ ਕੋਲੇ R। ਤਾਂ ਇੱਥੇ ਕੀ ਬਣ ਰਿਹਾ E ਬਣ ਰਿਹਾ, ਇੱਥੇ ਕੀ ਬਣ ਰਿਹਾ E। ਤਾਂ ਇਹ ਜਿਹੜਾ ਸਾਡਾ ਰੂਲ ਹੈ ਉਹ ਇੱਥੇ ਪਹਿਲੇ ਜਿਹੜੀ ਇਸ ਆਪਸ਼ਨ ਦੇ ਉੱਪਰ ਪ੍ਰੋਫਿਟ ਦੇ ਉੱਪਰ ਨਹੀਂ ਲੱਗ ਰਿਹਾ। ਤਾਂ ਇਸ ਕਰਕੇ ਸਾਡਾ ਜਿਹੜਾ ਰਾਈਟ ਆਨਸਰ ਹੈ ਉਹ 4th ਆਪਸ਼ਨ ਹੀ ਹੈ, ਕਿਉਂਕਿ ਪਹਿਲਾ ਜਿਹੜਾ ਲੈਟਰ ਹੀ ਹੈ ਉਹ ਰੂਲ ਨੂੰ ਫੋਲੋ ਨਹੀਂ ਕਰ ਰਿਹਾ। ਤਾਂ ਇਸੇ ਤਰ੍ਹਾਂ ਆਪਾਂ ਚੱਲਦੇ ਹਾਂ ਅਗਲੇ ਕੁਐਸਚਨ 'ਤੇ। ਲਾਸਟ ਕੁਐਸਚਨ ਹੈ ਬੇਟਾ ਸਾਡੇ ਕੋਲ ਇਹ 15th। ਇਸ ਦੇ ਵਿੱਚ ਦੇਖੋ 4 ਸਾਨੂੰ ਸ਼ਬਦ ਦਿੱਤੇ ਹੋਏ ਆ। ਇੱਥੇ ਜਿਹੜਾ ਅਪੋਜਿਟ ਲੈਟਰ ਜਿਹਦਾ ਰੂਲ ਹੈ ਉਹ ਲੱਗਿਆ ਹੋਇਆ ਹੈ। ਕਿਵੇਂ, ਦੇਖੋ ਤੁਹਾਨੂੰ ਬੇਟਾ ਮੈਂ ਪਹਿਲਾਂ ਵੀ ਦੱਸਿਆ ਹੋਏਗਾ ਅਪੋਜਿਟ ਲੈਟਰ ਜਿਹਦਾ ਛੋਟੀਆਂ ਟ੍ਰਿਕਾਂ ਆਪਾਂ ਪਹਿਲਾਂ ਵੀ ਕੀਤੀਆਂ ਸੀਗੀਆਂ। ਤਾਂ ਕੀ ਹੁੰਦਾ, ਜਿਵੇਂ ਸਾਡੇ ਕੋਲ ਦੇਖੋ D ਹੈ, ਉਹਦਾ ਅਪੋਜਿਟ ਲੈਟਰ ਕੀ ਹੁੰਦਾ ਹੈਗਾ W। ਤਾਂ ਤੁਹਾਨੂੰ ਦੱਸਿਆ ਦੂਧ ਵਾਲਾ ਯਾਦ ਰੱਖਣਾ। ਜਿਵੇਂ I ਹੈ, ਉਸਦਾ ਇੰਡੀਅਨ ਰੇਲਵੇ, I ਦਾ ਕੀ ਹੁੰਦਾ ਹੈਗਾ R, ਇੰਡੀਅਨ ਰੇਲਵੇ। ਇਸੇ ਤਰ੍ਹਾਂ H ਦਾ ਕੀ ਹੁੰਦਾ ਹੈਗਾ S, ਹਨੀ ਸਿੰਘ, ਔਰ N ਦਾ ਕੀ ਹੁੰਦਾ ਹੈਗਾ M, ਨਰਿੰਦਰ ਮੋਦੀ। ਇਸ ਤਰੀਕੇ ਨਾਲ ਛੋਟੀਆਂ ਟ੍ਰਿਕਸ ਮੈਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਹੀ ਦੱਸਦੀਆਂ ਸੀ, ਜਿੱਥੋਂ ਤੁਸੀਂ ਮੈਂ ਕਿਹਾ ਸੀ ਇਹਨਾਂ ਨੂੰ ਤੁਸੀਂ ਯਾਦ ਰੱਖਣਾ ਹੈਗਾ, ਤਾਂ ਕਿ ਕਦੇ ਵੀ ਜਦੋਂ ਅਸੀਂ ਅਪੋਜਿਟ ਲੈਟਰ ਯੂਜ ਕਰਨੇ ਆ ਤਾਂ ਸਾਨੂੰ ਕਾਊਂਟਿੰਗ ਨਾ ਬਾਰ-ਬਾਰ ਕਰਨੀ ਪਵੇ, ਠੀਕ ਹੈ। ਤਾਂ ਇਹ ਕੁਛ ਟ੍ਰਿਕਸ ਹੀ ਮੈਂ ਲਿਖੀਆਂ ਸੀ ਜਿਵੇਂ। ਤਾਂ ਬਾਕੀ ਸਾਰੀਆਂ ਜੇ ਤੁਸੀਂ ਟ੍ਰਿਕਸ ਇਹ ਦੇਖਣੀਆਂ ਤਾਂ ਜਿਹੜੀ ਪਹਿਲੀ ਵੀਡੀਓ ਹੈ ਆਪਣੀ ਰੀਜਨਿੰਗ ਦੀ ਇੰਗਲਿਸ਼ ਅਲਫਾਬੈਟ ਦੇ ਉੱਪਰ, ਉੱਥੇ ਮੈਂ ਸਾਰੇ ਤੁਹਾਨੂੰ ਜਿਹੜਾ ਬੇਸਿਕ ਸੀ ਉਹ ਕਲੀਅਰ ਕਰਵਾਇਆ ਹੋਇਆ। ਤਾਂ ਬੇਟਾ ਉਸ ਨੂੰ ਜ਼ਰੂਰ ਦੇਖਣਾ ਤੁਸੀਂ। ਤਾਂ ਚਲੋ ਇਸ ਕੁਐਸਚਨ ਨੂੰ ਆਪਾਂ ਕਰਦੇ ਹਾਂ। ਪਹਿਲਾਂ ਸਾਡੇ ਕੋਲੇ ਜਿਹੜਾ ਬ੍ਰੇਕ ਤੋਂ ਦੇਖੋ ਬੇਟਾ ਕੀ ਸ਼ਬਦ ਬਣਿਆ ਹੋਇਆ ਬ੍ਰੇਕ। ਉਸ ਤੋਂ ਜਿਹੜਾ ਸਾਡੇ ਕੋਲੇ ਸ਼ਬਦ ਬਣਿਆ ਹੋਇਆ ਉਹ ਹੈਗਾ PZVI ਔਰ Y। ਤਾਂ ਕੀ ਹੋਇਆ, ਦੇਖੋ B ਦਾ ਜਿਹੜਾ ਅਪੋਜਿਟ ਲੈਟਰ ਹੈ ਉਹ ਹੈਗਾ Y ਹੈ, R ਦਾ ਜਿਹੜਾ ਅਪੋਜਿਟ ਲੈਟਰ ਹੈ ਉਹ I ਹੈ, E ਦਾ ਅਪੋਜਿਟ ਲੈਟਰ V ਹੈ, A ਦਾ ਅਪੋਜਿਟ ਲੈਟਰ Z ਹੈ ਔਰ K ਦਾ ਅਪੋਜਿਟ ਲੈਟਰ ਕੀ ਹੈ P। ਤਾਂ ਇਹ ਤੁਹਾਨੂੰ ਮੈਂ ਟ੍ਰਿਕਸ ਦੱਸੀਆਂ ਸੀ। ਦੇਖੋ B ਦਾ BY ਇਹ ਤਾਂ ਤੁਹਾਡੇ ਯਾਦ ਹੀ ਹੋਣਾ ਹੈਗਾ, V ਦਾ BYY, R ਦਾ ਇੰਡੀਅਨ ਰੇਲਵੇ, E ਦਾ ਇਲੈਕਟ੍ਰਿਕ ਵਹੀਕਲ ਹੁੰਦਾ ਹੈ, ਠੀਕ ਹੈ, ਔਰ A ਦਾ ਇਹ ਵੈਸੇ ਲਰਨ ਕੀਤਾ ਸੀ ਆਪਾਂ AZ, ਔਰ K ਦਾ ਸੀਗਾ P, ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ, ਇਹ ਯਾਦ ਕੀਤਾ ਸੀ ਆਪਾਂ KP ਤੋਂ ਕਟੱਪਾ। ਤਾਂ ਬਿਲਕੁਲ ਠੀਕ ਹੈ। ਦੇਖੋ ਤਾਂ ਇਹ ਸਹੀ ਬਣਿਆ ਹੋਇਆ। ਤਾਂ ਇਹਦੇ ਅਪੋਜਿਟ ਲੈਟਰ ਲੱਗੇ ਹੋਏ। ਪਹਿਲਾਂ ਦੇਖੋ ਜਿਹੜਾ ਪਹਿਲਾ ਸ਼ਬਦ ਹੈ ਉਹਦਾ ਅਪੋਜਿਟ ਲੈਟਰ ਲਾਸਟ 'ਤੇ ਹੈ, ਇੱਥੇ ਹੈ, ਔਰ ਸੈਕਿੰਡ ਦਾ ਆ ਰਿਹਾ, ਥਰਡ ਦਾ ਆ ਰਿਹਾ, ਉਲਟੇ ਦਿੱਤੇ ਹੋਏ ਹੈ, ਫੋਰਥ ਦਾ ਇੱਥੇ ਦਿੱਤਾ ਹੋਇਆ, ਦੇਖੋ ਫਿਫਥ ਦਾ ਇੱਥੇ ਦਿੱਤਾ ਹੋਇਆ। ਤਾਂ ਇਸ ਤਰੀਕੇ ਨਾਲ ਰਿਵਰਸ ਆਰਡਰ ਦੇ ਵਿੱਚ ਵੀ ਹੈ, ਇੱਥੋਂ ਇੱਧਰ ਨੂੰ, ਇੱਥੋਂ ਇੱਧਰ ਨੂੰ, ਠੀਕ ਹੈ। ਹੁਣ ਆਪਾਂ ਚੱਲਦੇ ਹਾਂ ਸੈਕਿੰਡ ਦਾ, ਦੇਖਦੇ ਹਾਂ ਸਪੀਕ। ਸੈਕਿੰਡ ਦਾ ਸਪੀਕ, ਉਸ 'ਤੇ ਜਿਹੜੇ ਅਪੋਜਿਟ ਲੈਟਰ ਹੈ ਉਹ ਲਿਖਦੇ ਹਾਂ ਆਪਾਂ। S ਦਾ ਲਿਖਣਾ ਹੈ। S ਦਾ ਜਿਹੜਾ ਅਪੋਜਿਟ ਲੈਟਰ ਹੋਊਗਾ, ਦੇਖੋ H ਦਾ ਹਨੀ ਸਿੰਘ ਤੁਹਾਨੂੰ ਦੱਸਿਆ H ਹੋਊਗਾ, P ਦਾ ਫਿਰ K ਹੋਊਗਾ ਕਟੱਪਾ, ਯਾਦ ਰੱਖਣਾ। E ਤੋਂ ਇਲੈਕਟ੍ਰਿਕ ਵਹੀਕਲ, A ਦਾ Z ਔਰ K ਦਾ ਫਿਰ ਆਪਣਾ ਕੀ ਹੁੰਦਾ ਹੈਗਾ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ, ਉਹ ਯਾਦ ਰੱਖਣਾ KP।
ਤਾਂ ਦੇਖੋ ਬਣ ਰਿਹਾ PZBKH ਬਿਲਕੁਲ ਠੀਕ ਹੈ। ਆ ਪਹਿਲੇ ਦੋ ਸੇਮ ਹੈ, ਸਹੀ ਆ ਰਿਹਾ। ਅੱਗੇ ਚੱਲਦੇ ਹਾਂ ਆਪਾਂ ਬ੍ਰੇਨ ਤੇ। ਅੱਗੇ ਕੀ ਹੈ ਸਾਡੇ ਕੋਲੇ ਬ੍ਰੇਨ। ਬ੍ਰੇਨ ਦਾ ਦੇਖਦੇ ਹਾਂ ਕੀ ਬਣਦਾ ਹੈਗਾ। ਠੀਕ ਹੈ, ਅਪੋਜਿਟ ਲੈਟਰ ਬੀ ਦਾ ਅਪੋਜਿਟ ਲੈਟਰ ਕੀ ਹੁੰਦਾ ਹੈਗਾ? ਬੀ ਦਾ ਜਿਹੜਾ ਅਪੋਜਿਟ ਲੈਟਰ ਹੈ ਉਹ ਹੁੰਦਾ ਸਾਡੇ ਕੋਲੇ ਵਾਈ, BYY। ਆਰ ਦਾ ਇੰਡੀਅਨ ਰੇਲਵੇ ਬਿਲਕੁਲ ਠੀਕ ਹੈ, ਆਈ ਬਣੂਗਾ। ਔਰ ਏ ਦਾ ਜ਼ੈਡ ਵੈਸੇ ਹੀ ਯਾਦ ਕੀਤਾ ਹੋਇਆ ਆਪਾਂ। ਫਿਰ ਸਾਡੇ ਕੋਲੇ ਆਈ ਦਾ ਇੰਡੀਅਨ ਰੇਲਵੇ, ਫਿਰ ਆ ਗਿਆ ਸਾਡੇ ਕੋਲੇ ਐਨ ਨਰਿੰਦਰ ਮੋਦੀ, ਐਮ ਆ ਜਾਏਗਾ। ਇਹ ਵੀ ਬਿਲਕੁਲ ਮੈਚ ਕਰ ਰਿਹਾ ਬੇਟਾ, ਬਿਲਕੁਲ ਸਹੀ ਹੈ ਵੀ। ਹੁਣ ਆਪਣੇ ਕੋਲੇ ਲਾਸਟ ਇੱਕ ਆਪਸ਼ਨ ਬਚ ਗਿਆ, ਉਹ ਹੀ ਸਾਡਾ ਆਨਸਰ ਹੈ। ਇਹਨੂੰ ਚੈੱਕ ਕਰੋ ਚਾਹੇ ਨਾ ਕਰੋ, ਕਿਉਂਕਿ ਸਾਡੇ ਕੋਲ ਇਹੀ ਸਾਡਾ ਕੀ ਹੈ ਆਨਸਰ ਹੈ। ਜੇ ਚੈੱਕ ਕਰਨਾ ਹੈ ਆਪਾਂ ਕਰ ਲੈਂਦੇ HUSK ਔਰ ਫਿਰ ਹੈ ਵਾਈ। ਐਚ ਦਾ ਅਪੋਜਿਟ ਲੈਟਰ ਪਹਿਲਾਂ ਮੈਂ ਲਿਖ ਰਿਹਾ ਗਾ, ਉਹ ਕੀ ਹੈ ਸਾਡੇ ਕੋਲ ਦੇਖੋ ਐਸ ਹਨੀ ਸਿੰਘ। ਫਿਰ ਹੈਗਾ ਯੂ ਦਾ ਅਪੋਜਿਟ ਲੈਟਰ ਅਸੀਂ ਲਿਖਦੇ ਹਾਂ, ਉਹ ਸਾਡੇ ਕੋਲ ਇੱਥੇ ਦੇਖੋ ਕੀ ਦਿੱਤਾ ਹੋਇਆ, ਐਫ ਦਿੱਤਾ ਹੋਇਆ। ਯੂ ਦਾ ਅਪੋਜਿਟ ਲੈਟਰ ਐਫ ਹੁੰਦਾ ਫਾਦਰ ਅੰਕਲ। ਇੱਕ ਟ੍ਰਿਕ ਸੀ ਸਾਡੀ, ਫਾਦਰ ਅੰਕਲ। ਠੀਕ ਹੈ, ਫਿਰ ਸਾਡੇ ਕੋਲ ਐਸ ਆ ਗਿਆ। ਐਸ ਦਾ ਜਿਹੜਾ ਕੀ ਬਣੂਗਾ ਹਨੀ ਸਿੰਘ। ਫਿਰ ਕੇ ਦਾ ਪੀ ਕਟੱਪਾ ਔਰ ਵਾਈ ਦਾ ਫਿਰ BYY। ਤਾਂ ਦੇਖੋ ਮੈਚ ਕਰਦੇ ਹਾਂ ਤਾਂ ਇੱਥੇ ਸਾਨੂੰ ਚੱਕਰ ਪੈ ਰਿਹਾ ਹੈਗਾ, ਕਿਉਂਕਿ ਸਾਨੂੰ ਆਪਸ਼ਨ ਦੇ ਵਿੱਚ ਐਚ ਦੀ ਜਗ੍ਹਾ ਕੀ ਦਿੱਤਾ ਹੋਇਆ ਜੀ ਦਿੱਤਾ ਹੋਇਆ। ਤਾਂ ਇਹ ਜਿਹੜਾ ਹੈਗਾ ਇਹ ਉਹਨਾਂ ਨਾਲ ਮੈਚ ਨਹੀਂ ਕਰ ਰਿਹਾ ਬੇਟਾ, ਇਹ ਸਾਡਾ ਕੀ ਹੈ ਰਾਈਟ ਆਨਸਰ ਹੈ। ਤਾਂ ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਤੁਹਾਨੂੰ ਵੀਡੀਓ ਹੈ ਬਹੁਤ ਵਧੀਆ ਲੱਗੀ ਹੋਊ। ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਔਰ ਜਿਹੜਾ ਇਹ ਟੌਪਿਕ ਹੈ ਇਸ ਦੀ ਬੇਟਾ ਰਿਵੀਜ਼ਨ ਜ਼ਰੂਰ ਕਰਿਓ। ਔਰ ਜੋ ਬੱਚੇ ਪਹਿਲੀ ਵਾਰ ਚੈਨਲ ਨੂੰ ਵਿਜ਼ਿਟ ਕਰ ਰਹੇ ਨੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਔਰ ਵੱਧ ਤੋਂ ਵੱਧ ਬੱਚਿਆਂ ਨੂੰ ਬੇਟਾ ਵੀਡੀਓ ਸ਼ੇਅਰ ਕਰਿਆ ਕਰੋ, ਤਾਂ ਕਿ ਸਾਰੇ ਬੱਚੇ ਇਸ ਤੋਂ ਜਿਹੜਾ ਫਾਇਦਾ ਉਹ ਲੈ ਸਕਣ। ਧੰਨਵਾਦ।